संतोख सिंह जी के मुताबिक गुरु नानक साहब महाराज जी अचल बटाली तो चल के करतारपुर साहब आए ने। सिख संगतां गुरु साहब जी के दीदार वास्ते आ रही हैं। रबी बाणी के प्रवाह चल रहे हैं, सेवा और सिमरन के प्रवाह चलते हैं। इत्थे रह के महाराज जी ने जो 3 सिद्धांत दिते उहदे उपर गुरु साहब महाराज जी आप भी चलदियां होइयां किरत करो, नाम जपो, वंड छको। खेतीबाड़ी का काम करना ते करवाउणा, परमेश्वर के नाम का जाप करना करवाउणा धर्मसाल दे विच, फिर परमेश्वर के नाम नूं सबनां दे विच वंडना और लंगर के प्रवाह चलते हैं। जे कोई भुखण भाणा आउंदा है सतगुरु महाराज पातशाह जी के दर ते वो लंगर प्रसाद भी छकदा है। जे कोई लोड़वंद जरूरतमंद आउंदा है वंड के छको का मतलब उहदी लोड़ उहदी जरूरत भी महाराज पूरा करते हैं। इस तरह सतगुरु महाराज जी के चरणों का आसरा लैके सिख संगतां नाम बाणी का अभ्यास कर रही ने। अगलेरे प्रसंग का जिक्र कवि जी करते हैं। बड़े प्यार सत्कार दे नाल सरवण करिए जी। धार कामना जो उर आवे। कवि जी के मुताबिक जिहड़ा मन विच कामना धार के आउंदा है, जो गुरु साहब जी के दर ते मन दे विच इच्छा रख के भरोसे दे नाल आउंदा है, दर्शन करते से सब पावे। वो जदों भावना नाल आके गुरु साहब जी का दीदार करदा है, दर्शन करदा है, ते जिहड़ा भरोसे नाल आउंदा है वो गुरु साहब जी के दर्शन करके अपने मन की भावना नूं पूर्ण करदा है। ग्राम नगर सगरे परमाही। आस पास के जिन्ने भी इलाके ने, नगर ने, पिंड हैं, कस्बे ने, जिन्ने भी आस पास के इलाके ने, उत्थों दीयां सिख संगतां चल के आउंदियां हन। ले श्री नानक नाम सराही। और हर कोई धन गुरु नानक साहब जी के गुण गाउंदा है, भाव सतगुरु तो बलहारे जाता है, जिन्हां दे राहीं सेवा और सिमरन दीयां दातां मिलदियां ने। इसलिए जिन्ने भी ये दूरों नेड़ियों चल के आउंदे ने गुरु नानक साहब जी तो बलहारे जाते हैं। सुन कर मालो शेख प्रशंसा। इस तरह एक शेख है जिसका नाम है मालो। मालो शेख तक ये प्रशंसा गुरु नानक साहब जी की पहुँची। ये कोल लोग आए तो गुरु नानक साहब जी की वडियाई की, गुरु साहब जी के गुण गाए। ये शेख मालो या मालो शेख कह लीए, ਜਦੋਂ ਇਹਨੇ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਨੂੰ ਸੁਣਿਆ ਹੈ, ਗਇਓ ਨਿਕਟ ਬੇਦਨ ਅਤਵੰਸ਼ਾ। ਇਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਹੁਣ ਧਿਆਨ ਰੱਖਿਓ, ਦਰਸ਼ਨ ਪਿਆਰ ਤੇ ਭਾਵਨਾ ਨਾਲ ਹੁੰਦੇ ਆ, ਪਰ ਇਹਦੇ ਅੰਦਰ ਈਰਖਾ ਹੈ। ਈਰਖਾ ਇਸ ਕਰਕੇ ਆ ਕਿ ਇਹ ਆਪਣੇ ਆਪ ਨੂੰ ਵੀ ਸ਼ੇਖ ਸਮਝਦਾ ਹੈ ਕਿ ਮੈਂ ਆਪਣੇ ਆਪ ਦੇ ਵਿੱਚ ਵੀ ਬਹੁਤ ਵੱਡਾ ਹਾਂ, ਤੇ ਗੁਰੂ ਨਾਨਕ ਸਾਹਿਬ ਦੇ ਗੁਣ ਕਿਉਂ ਗਾਉਂਦੇ ਆ ਸਾਰੇ। ਇਹਦੇ ਅੰਦਰ ਈਰਖਾ ਹੈ। ਇਸ ਵਾਸਤੇ ਇਹ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਆਇਆ ਹੈ। ਕਰ ਸਲਾਮ ਵੈਸੇ ਤਵ ਪਾਸੋ। ਸਲਾਮ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਫਿਰ ਕੋਲ ਬੈਠ ਗਿਆ। ਬੂਝਣ ਲੱਗਿਓ ਮਤ ਸਰ ਜਾਸੋ। ਬੂਝਣ ਲੱਗਿਓ, ਪੁੱਛਣ ਲੱਗਾ ਮਤ ਸਰ, ਈਰਖਾ ਦੇ ਵਸ ਹੋ ਕੇ, ਈਰਖਾ ਦੇ ਵਸ ਹੋ ਕੇ ਕਵੀ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣ ਲੱਗਾ, ਹਿੰਦੂ ਵੱਡੇ ਕੇ ਤੁਰਕ ਬਤਾਵੋ। ਕਹਿਣ ਲੱਗਾ ਮੈਨੂੰ ਇਹ ਦੱਸੋ ਕਿ ਹਿੰਦੂ ਵੱਡਾ ਹੈ ਕਿ ਤੁਰਕ ਵੱਡਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮੁਤਾਬਕ ਕਾਜੀ ਮੁੱਲਾ ਇਕੱਠੇ ਹੋ ਕੇ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਦੇ ਆ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਅੱਗੋਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਇੱਥੇ ਕਵੀ ਜੀ ਦੇ ਮੁਤਾਬਕ ਇਹ ਜਿਹੜਾ ਮਾਲੋ ਸ਼ੇਖ ਆਇਆ, ਇਹਨੇ ਵੀ ਇਹੀ ਸਵਾਲ ਗੁਰੂ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਰੱਖਿਆ। ਕਹਿੰਦਾ ਦੱਸੋ ਹਿੰਦੂ ਵੱਡਾ ਕਿ ਤੁਰਕ ਬਤਾਵੋ, ਤੁਹਾਡੀ ਨਜ਼ਰ ਦੇ ਵਿੱਚ ਦੋਵਾਂ ਵਿੱਚੋਂ ਵੱਡਾ ਕੌਣ ਹੈ। ਉੱਤਮ ਕਹਿ ਕੋ ਮਤ ਸੁਣਾਵੋ। ਇਹਨਾਂ ਦੋਵਾਂ ਵਿੱਚੋਂ ਦੀ ਮਤ ਕਿਹਦੀ ਉੱਤਮ ਹੈ, ਇਹਨੇ ਇਹ ਸਵਾਲ ਕੀਤਾ। ਸ਼ੁਭ ਗਤ ਕੈਸੇ ਪ੍ਰਾਪਤ ਹੋਈ। ਦੋਵਾਂ ਵਿੱਚ ਵੱਡਾ ਕੌਣ, ਮਤ ਕਿਹਦੀ ਉੱਚੀ ਹੈ, ਔਰ ਦੋਵਾਂ ਦੇ ਵਿੱਚੋਂ ਦੀ ਸ਼ੁਭ ਗਤੀ ਕੌਣ ਪਾਵੇਗਾ, ਕਲਿਆਣ ਕਿਹਦਾ ਹੋਵੇਗਾ, ਭਲਾ ਕਿਹਦਾ ਹੋਵੇਗਾ। ਤੁਮਰੀ ਉਸਤਤ ਕਹਿ ਸਭ ਕੋਈ। ਮੈਂ ਤੁਹਾਡੇ ਕੋਲ ਇਹ ਸਵਾਲ ਤਾਂ ਕੀਤੇ ਆ, ਸਾਰੇ ਹੀ ਤੁਹਾਡੀ ਉਸਤਤ ਕਰਕੇ ਕਹਿ ਰਹੇ ਨੇ ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਾਰੇ ਹੀ ਕਹਿ ਰਹੇ ਨੇ ਧੰਨ ਨਾਨਕ ਤੇਰੀ ਵੱਡੀ ਕਮਾਈ। ਤੇ ਮੈਂ ਦੇਖਣਾ ਚਾਹੁੰਦਾ ਵੀ ਤੁਹਾਡੀ ਕਮਾਈ ਕਿੰਨੀ ਕੁ ਵੱਡੀ ਹੈ। ਮੇਰੇ ਇਹਨਾਂ ਸਵਾਲਾਂ ਦੇ ਜਵਾਬ ਤੁਸੀਂ ਦੇਣਾ ਕਰੋ। ਸੁਣ ਕੇ ਸ੍ਰੀ ਗੁਰੂ ਬਚਨ ਬਖਾਨੇ। ਜਦੋਂ ਇਹ ਸ਼ੇਖ ਕੋਲੋਂ ਇਸ ਤਰ੍ਹਾਂ ਦੇ ਬਚਨ ਸੁਣੇ, ਅੱਗੋਂ ਫਿਰ ਗੁਰੂ ਨਾਨਕ ਸਾਹਿਬ ਜੀ ਬੋਲੇ ਹਨ। ਇਸ ਵੇਤ ਪੂਜਾ ਜੇ ਅਣਜਾਣੇ। ਮਹਾਰਾਜ ਨੇ ਪਤਾ ਕੀ ਕਿਹਾ, ਮਹਾਰਾਜ ਕਹਿੰਦੇ ਇਹ ਸਵਾਲ ਉਹ ਕਰਦੇ ਨੇ ਜਿਹੜੇ ਅਣਜਾਣ ਹੁੰਦੇ ਨੇ। ਅਣਜਾਣ ਲੋਕ ਇਹ ਸਵਾਲ ਕਰਦੇ ਆ, ਜਿਨ੍ਹਾਂ ਨੂੰ ਸੋਝੀ ਹੋਵੇ, ਗਿਆਨ ਹੋਵੇ, ਉਹ ਇਸ ਤਰ੍ਹਾਂ ਦੇ ਸਵਾਲ ਨਹੀਂ ਕਰਦਾ। ਇਹ ਨਫ਼ਰਤ ਫੈਲਾਉਣ ਵਾਲੇ ਸਵਾਲ ਨੇ। ਇੱਥੋਂ ਪਤਾ ਲੱਗਦਾ ਹੈ ਕਿ ਅੰਦਰ ਤੇਰੇ ਈਰਖਾ ਭਰੀ ਹੋਈ ਹੈ, ਤਾਂ ਹੀ ਤੂੰ ਨਫ਼ਰਤ ਨਾਲ ਭਰਿਆ ਹੋਇਆ ਇਹ ਵੱਡੇ ਛੋਟੇ ਦੀ ਗੱਲ ਕਰਦਾ ਵੀ ਕੌਣ ਵੱਡਾ ਕੌਣ ਛੋਟਾ। ਅੱਜ ਵੀ ਧਰਮਾਂ ਦੇ ਨਾਮ ਤੇ ਆਪਾਂ ਵੇਖ ਲਓ ਨਫ਼ਰਤ ਕਿੰਨੀ ਹੈ। ਧਰਮ ਦੀ ਆੜ ਵਿੱਚ ਜਿਹੜੀ ਨਫ਼ਰਤ ਦੀ ਅੱਗ ਬਾਲੀ ਬੈਠੇ ਆ, ਉਹਨਾਂ ਨੇ ਧਰਮ ਦੇ ਨਾਮ ਤੇ ਕਿੰਨਾ ਕਤਲੇਆਮ ਕੀਤਾ, ਕਿੰਨਾ ਧਰਮ ਦੇ ਅਸਥਾਨ ਜਿਹੜੇ ਨੇ ਉਹਨਾਂ ਨੂੰ ਮਿਟਾਉਣ ਦਾ ਯਤਨ ਕੀਤਾ ਹੈ। ਇਹ ਕਿਉਂ? ਕਿਉਂਕਿ ਮਨ ਦੇ ਵਿੱਚ ਈਰਖਾ ਹੈ, ਨਫ਼ਰਤ ਹੈ। ਉਹ ਈਰਖਾ ਨਫ਼ਰਤ ਨੇ ਹਰ ਇੱਕ ਦੇ ਘਰ ਨੂੰ ਬਾਲਿਆ, ਸਾੜਿਆ, ਪਰ ਇਹ ਈਰਖਾ ਦੀ ਅੱਗ ਧਰਮ ਅਸਥਾਨਾਂ ਤੱਕ ਆਈ ਤੇ ਇਹ ਧਰਮ ਦੇ ਅਸਥਾਨ ਵੀ ਮਿਟਾ ਦੇਣਾ ਚਾਹੁੰਦੇ ਨੇ। ਐਸੇ ਘੱਲੂਘਾਰੇ ਜਿਹੜੇ ਵਰਤੇ ਨੇ, ਜਿਨ੍ਹਾਂ ਵਿੱਚੋਂ ਸਾਨੂੰ 84 ਦਾ ਘੱਲੂਘਾਰਾ ਕਦੇ ਵਿਸਰ ਨਹੀਂ ਸਕਦਾ। ਅੱਜ ਵੀ ਜਿਹੜੀ ਘਟਨਾ ਅਫਗਾਨਿਸਤਾਨ ਦੇ ਵਿੱਚ ਵਰਤੀ ਹੈ, ਗੁਰੂ ਘਰ ਦੇ ਵਿੱਚ ਆ ਕੇ ਜੋ ਸ਼ਰਾਰਤੀ ਅਨਸਰ ਉਸ ਗੁਰੂ ਘਰ ਨੂੰ ਮਿਟਾਉਣ ਦਾ ਯਤਨ ਕਰਦੇ ਆ, ਪਰ ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਪਿਆਰ ਹੈ, ਉਹ ਵਰਦੀਆਂ ਹੋਈਆਂ ਗੋਲੀਆਂ ਵਿੱਚੋਂ ਵੀ ਗੁਰੂ ਸਾਹਿਬ ਜੀ ਦੀ ਟੇਕ ਲੈ ਕੇ ਚੱਲਦੇ ਆ ਵੀ ਗੁਰੂ ਸਾਹਿਬ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ। ਹੁਣ ਮਹਾਰਾਜ ਕਹਿੰਦੇ ਜਿਹੜਾ ਤੂੰ ਸਵਾਲ ਕੀਤਾ ਇਹ ਕੋਈ ਸਿਆਣੇ ਬੰਦੇ ਦਾ ਸਵਾਲ ਨਹੀਂ ਹੈ, ਇਹ ਸਮਝਦਾਰ ਬੰਦੇ ਦਾ ਸਵਾਲ ਨਹੀਂ ਹੈ। ਜੇ ਤੂੰ ਇਹ ਸਵਾਲ ਕੀਤਾ ਤੇ ਇਹਦਾ ਮਤਲਬ ਤੇਰਾ ਅੰਦਰ ਈਰਖਾ ਨਾਲ ਭਰਿਆ ਹੈ। ਜੋ ਤੂੰ ਇਹ ਪੁੱਛਣਾ ਚਾਹੁੰਦਾ ਵੀ ਕੌਣ ਵੱਡਾ ਹੈ ਕੌਣ ਛੋਟਾ, ਕਿਹਦੀ ਗਤੀ ਹੋਵੇਗੀ ਕਿਹਦੀ ਨਹੀਂ, ਇਹ ਬਿੱਦ ਬੂਝਾਂ ਜਿਹੜੇ ਇਸ ਤਰ੍ਹਾਂ ਬੁੱਝਦੇ ਨੇ ਅਣਜਾਣੇ, ਉਹ ਅਣਜਾਣੇ ਲੋਕ ਹੁੰਦੇ ਆ। ਜਿਹੜੇ ਸਿਆਣੇ ਹੁੰਦੇ ਨੇ, ਸਮਝਦਾਰ, ਉਹ ਇਸ ਤਰ੍ਹਾਂ ਦੇ ਸਵਾਲ ਨਹੀਂ ਕਰਦੇ ਹਨ। ਔਰ ਮੈਂ ਪਰਮ ਸਮਤ ਨਾ ਪਾਈ। ਕਹਿੰਦੇ ਨੇ ਇਸ ਵਾਸਤੇ ਉਰਮੈ ਭਰਮ, ਤੇਰੇ ਅੰਦਰ ਭਰਮ ਹੈ, ਸਮਤ ਨਾ ਪਾਈ। ਇੱਥੋਂ ਪਤਾ ਲੱਗਦਾ ਵੀ ਤੇਰੀ ਮੱਤ ਚੰਗੀ ਨਹੀਂ ਹੈ। ਇਹ ਮਾੜੀ ਮੱਤ ਵਾਲਿਆਂ ਦੇ ਸਵਾਲ ਨੇ। ਚੰਗੀ ਮੱਤ ਵਾਲਾ ਇਸ ਤਰ੍ਹਾਂ ਦਾ ਸਵਾਲ ਕਰਦਾ ਹੀ ਨਹੀਂ ਹੈ।
ਇਹ ਸਮਤ ਨਾ ਪਾਈ, ਤੂੰ ਅੰਦਰੋਂ ਭਰਮ ਵਿੱਚ ਪੈ ਕੇ ਚੰਗੀ ਮਤ ਹਜੇ ਨਹੀਂ ਪਾਈ ਹੈ। ਦਵੈ ਪਕ ਹਿੰਦੂ ਤੁਰਕ ਦ੍ਰਿੜਾਈ ਤੇਰੇ ਅੰਦਰ ਹਜੇ ਦੋ ਪੱਖ ਨੇ, ਇੱਕ ਹਿੰਦੂ ਤੇ ਇੱਕ ਤੁਰਕ ਵਾਲਾ। ਇਹਦਾ ਮਤਲਬ ਕਿ ਤੇਰੇ ਅੰਦਰ ਨਫ਼ਰਤ ਭਰੀ ਹੈ, ਤਾਂ ਹੀ ਤੂੰ ਇਹ ਦੋ ਪੱਖ ਲੈ ਕੇ ਚੱਲਿਆ ਹੈ। ਤਤ ਵਸਤ ਕੋ ਜਾਣੈ ਨਾਹੀ ਔਰ ਇਹ ਸ਼ਰੀਰਾਂ ਕਰਕੇ ਹੈ, ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਜਿੰਨੇ ਵੀ ਧਰਮ ਨੇ ਅੱਜ ਸੰਸਾਰ 'ਚ, ਇਹ ਸਾਰੇ ਸ਼ਰੀਰ ਕਰਕੇ ਹੀ ਨੇ। ਆਤਮਾ ਉੱਤੇ ਕੋਈ ਇਹ ਧਰਮ ਲਾਗੂ ਨਹੀਂ ਹੁੰਦਾ। ਆਤਮਾ ਪਰਮਾਤਮਾ ਦੀ ਅੰਸ਼ ਹੈ, ਇਸ ਲਈ ਇਹ ਸ਼ਰੀਰਾਂ ਉੱਤੇ ਹੀ ਆਪਾਂ ਮੋਹਰਾਂ ਲਾ ਕੇ ਤੇ ਆਪਸ 'ਚ ਲੜੀ ਜਾਂਦੇ ਆ, ਸ਼ਰੀਰਾਂ ਉੱਤੇ ਹੀ ਆਪਣੇ ਧਾਰਮਿਕ ਚਿੰਨ੍ਹ ਲਾ ਕੇ ਇੱਕ ਦੂਜੇ ਨਾਲ ਝਗੜੀ ਜਾਂਦੇ ਆ। ਬੜੀ ਕਮਾਲ ਦੀ ਗੱਲ ਗੁਰੂ ਨਾਨਕ ਜੀ ਨੇ ਸਮਝਾਉਣੀ, ਜੇ ਆਹ ਗੱਲ ਸਮਝ ਆ ਜਾਏ ਤੇ ਸਾਡੇ ਮਨਾਂ 'ਚੋਂ ਧਰਮ ਦੇ ਨਾਮ ਤੇ ਇਹ ਜਿਹੜੀ ਈਰਖਾ ਦੀ ਅੱਗ ਬਲੀ ਹੈ, ਇਹ ਮੱਠੀ ਪੈ ਜਾਣੀ ਚਾਹੀਦੀ ਹੈ। ਸਾਡੇ ਅੰਦਰੋਂ ਨਫ਼ਰਤ ਖਤਮ ਹੋ ਜਾਣੀ ਚਾਹੀਦੀ ਹੈ, ਸਭ ਇੱਕ ਪਰਮੇਸ਼ਵਰ ਦਾ ਰੂਪ ਦਿਸ ਜਾਣੇ ਚਾਹੀਦੇ ਆ। ਹੁਣ ਵਿਚਾਰ ਨੂੰ ਬੜੇ ਧਿਆਨ ਨਾਲ ਸਮਝਿਓ। ਮਹਾਰਾਜ ਕਹਿੰਦੇ ਦੋ ਪੱਖ ਤੇਰੇ ਅੰਦਰ ਹੈ, ਇਹਦਾ ਮਤਲਬ ਤੇਰੇ ਕੋਲ ਪਹਿਲੀ ਗੱਲ ਚੰਗੀ ਮਤ ਨਹੀਂ, ਦੂਸਰਾ ਤੂੰ ਸਮਝਦਾਰ ਨਹੀਂ, ਤੀਸਰਾ ਕਹਿਣ ਲੱਗੇ ਤੈਨੂੰ ਸੋਝੀ ਨਹੀਂ। ਤਤ ਵਸਤ ਕੋ ਜਾਣੈ ਨਾਹੀ, ਤੂੰ ਤਤ ਨੂੰ ਜਾਣਦਾ ਹੀ ਨਹੀਂ, ਤੂੰ ਪਰਮੇਸ਼ਵਰ ਨੂੰ, ਖੁਦਾ ਨੂੰ, ਰੱਬ ਨੂੰ ਜਾਣਦਾ ਹੀ ਨਹੀਂ ਹੈ। ਝਗੜੇ ਬੰਦੈ ਦਾਵੇ ਮਾਹੀ ਇਹ ਜਿਹੜੇ ਆਪਣੇ ਆਪਣੇ ਦਾਅਵੇ ਕਰਕੇ ਅਸੀਂ ਝਗੜ ਰਹੇ ਹਾਂ, ਤੇ ਜਿੰਨੇ ਵੀ ਝਗੜ ਰਹੇ ਹਾਂ ਉਹ ਅਸਲ 'ਚ ਰੱਬ ਨੂੰ ਜਾਣਦੇ ਹੀ ਨਹੀਂ। ਜਿਹੜੇ ਧਰਮਾਂ ਦੇ ਨਾਮ ਤੇ ਦਾਅਵਾ ਕਰਕੇ ਝਗੜਦੇ ਨੇ ਉਹ ਅਸਲ ਵਿੱਚ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਉਹਨਾਂ ਨੇ ਉਸ ਮਾਲਕ ਦਾ ਭੇਦ ਪਾਇਆ ਹੀ ਨਹੀਂ ਹੁੰਦਾ। ਇਨਕੋ ਗਤ ਨ ਪ੍ਰਾਪਤ ਹੋਏ ਤੇ ਜਿਹੜਾ ਰੱਬ ਨੂੰ ਹੀ ਨਹੀਂ ਜਾਣਦਾ, ਉਹਦਾ ਭੇਦ ਹੀ ਨਹੀਂ ਜਾਣਦਾ, ਉਹਦੀ ਗਤੀ ਕਿਵੇਂ ਹੋ ਸਕਦੀ ਹੈ? ਉਹ ਭਾਵੇਂ ਕੋਈ ਵੀ ਧਰਮ ਦਾ ਹੋਵੇ, ਉਹ ਕਿਸੇ ਵੀ ਵਰਨ ਦਾ, ਕਿਸੇ ਵੀ ਧਰਮ ਦਾ ਹੋਵੇ, ਜੇ ਉਹ ਰੱਬ ਨੂੰ ਹੀ ਨਹੀਂ ਜਾਣਦਾ, ਜੇ ਉਹਦਾ ਭੇਦ ਹੀ ਨਹੀਂ ਜਾਣਦਾ, ਤੇ ਸਭ ਕਹਿੰਦੇ ਉਹਦੀ ਗਤੀ ਨਹੀਂ ਹੋ ਸਕਦੀ ਹੈ। ਜਮ ਕੋ ਡੰਡ ਸਹਿ ਨਿਤ ਸੋਏ ਉਹਨੂੰ ਫਿਰ ਜੰਮ ਦਾ ਡੰਡ, ਜਿਹੜਾ ਨਫ਼ਰਤ ਫੈਲਾਉਂਦਾ ਹੈ ਧਰਮ ਦੇ ਨਾਮ ਤੇ, ਜਿਹੜਾ ਧਰਮ ਦੇ ਨਾਮ ਤੇ ਲੜਨਾ ਤੇ ਲੜਾਉਂਦਾ ਹੈ ਦੂਸਰਿਆਂ ਨੂੰ, ਮਹਾਰਾਜ ਕਹਿੰਦੇ ਇੱਕ ਦਿਨ ਜੰਮ ਦਾ ਡੰਡਾ ਉਹਦੇ ਆ ਕੇ ਵੱਜਦਾ ਹੈ। ਸੁਨਤ ਗਿਓ ਜਰ ਮਾਲੋ ਸ਼ੇਖਾ ਜਦੋਂ ਇਹ ਗੱਲ ਸੁਣੀ, ਕਵੀ ਜੀ ਕਹਿੰਦੇ ਆ ਜਿਹੜਾ ਇਹ ਮਾਲੋ ਸ਼ੇਖ ਸੀ, ਜਰ ਗਿਆ, ਉਹ ਸੜ ਬਲ ਗਿਆ, ਈਰਖਾ ਸੀ ਨਾ ਅੰਦਰ, ਸੜ ਬਲ ਗਿਆ ਵੀ ਮੈਂ ਪੁੱਛਿਆ ਕੁਝ ਸੀ ਤੇ ਮੈਨੂੰ ਉਲਟਾ ਕਹਿ ਰਿਹਾ ਵੀ ਤੂੰ ਸਮਝਦਾਰ ਨਹੀਂ, ਤੂੰ ਚੰਗੀ ਮੱਤ ਵਾਲਾ ਨਹੀਂ, ਤੇਰਾ ਸਵਾਲ ਹੀ ਗਲਤ ਹੈ, ਤੂੰ ਰੱਬ ਨੂੰ ਨਹੀਂ ਜਾਣਦਾ। ਜਦੋਂ ਇਹ ਸੱਚ ਮਹਾਰਾਜ ਨੇ ਕਿਹਾ, ਕਹਿੰਦੇ ਨੇ ਸੁਣ ਗਏ ਜਰ, ਜਰ ਮੈਨੇ ਸੜ ਬਲ ਗਿਆ, ਈਰਖਾ ਦੀ ਅਗਨੀ ਵਿੱਚ ਸੜ ਬਲ ਗਿਆ। ਇਹ ਸੁਣ ਕੇ ਬੋਲਿਓ ਜੇ ਕੋ ਅਨਖ ਵਿਸ਼ੇਖਾ ਫਿਰ ਈਰਖਾ ਦੀ ਅਗਨੀ ਵਿੱਚ ਸੜਿਆ ਬਲਿਆ ਇਸ ਤਰ੍ਹਾਂ ਦੇ ਬੋਲ ਬੋਲਦਾ ਹੈ। ਹਿੰਦੂ ਤੁਰਕ ਨਹੀਂ ਜੇ ਕੋਈ ਇਹ ਤੁਹਾਡੀ ਨਜ਼ਰ ਦੇ ਵਿੱਚ ਕੋਈ ਹਿੰਦੂ ਔਰ ਕੋਈ ਤੁਰਕ ਨਹੀਂ ਹੈ। ਕਿਉਂ ਖੁਦਾਏ ਸਿਰਜੇ ਇਹ ਦੋਈ ਫਿਰ ਉਸ ਰੱਬ ਨੇ ਦੋ ਰਾਹ ਕਿਉਂ ਬਣਾਏ ਨੇ? ਫਿਰ ਇਹ ਦੋ ਜਿਹੜੇ ਰੂਪ ਨੇ ਕਿਉਂ ਸਿਰਜੇ ਹਨ? ਇੱਕ ਖੁਦਾ ਇੱਕ ਸਿਮਰੈ ਰਾਮ ਇੱਕ ਕਹਿੰਦਾ ਅੱਲਾਹ, ਇੱਕ ਕਹਿੰਦਾ ਰਾਮ। ਚਲੋ ਉਸ ਵੇਲੇ ਤੇ ਇਹੀ ਦੋ ਜ਼ਿਆਦਾ ਸਨ, ਅੱਜ ਤੇ ਧਰਮ ਪਤਾ ਨਹੀਂ ਕਿੰਨੇ ਬਣ ਗਏ, ਕਿੰਨੇ ਰਾਹ ਬਣ ਗਏ, ਕਿੰਨੇ ਨਾਮ ਜਿਹੜੇ ਆ ਪਰਮੇਸ਼ਵਰ ਦੇ ਲਏ ਜਾ ਰਹੇ ਆ। ਕਹਿਣ ਲੱਗਾ ਵੀ ਜੇ ਤੁਸੀਂ ਨਹੀਂ ਮੰਨਦੇ ਹੀ ਨਹੀਂ, ਨਾ ਹਮ ਹਿੰਦੂ ਨਾ ਮੁਸਲਮਾਨ, ਤਾਂ ਫਿਰ ਉਸ ਰੱਬ ਨੇ ਦੋ ਰਾਹ ਕਿਉਂ ਬਣਾਏ? ਇੱਕ ਖੁਦਾਏ, ਇੱਕ ਸਿਮਰੈ ਰਾਮ, ਇੱਕ ਖੁਦਾ ਨੂੰ ਸਿਮਰਦਾ, ਇੱਕ ਰਾਮ ਨੂੰ ਸਿਮਰਦਾ, ਇਹ ਕਿਉਂ ਹੈ? ਪਿਰਥ ਕਰੈ ਤੋ ਨਿਜ ਨਿਜ ਦਵੈ ਧਾਮ ਕਹਿਣ ਲੱਗੇ ਇੱਕ ਰਾਹ ਕਿਉਂ ਨਹੀਂ? ਫਿਰ ਇਹ ਵੱਖ-ਵੱਖ ਰਾਹ ਕਿਉਂ ਬਣੇ ਹੋਏ ਨੇ? ਵੱਖ-ਵੱਖ ਧਰਮ ਦੇ ਲਿਵਾਜ਼ ਕਿਉਂ? ਧਰਮ ਦੇ ਨਾਮ ਤੇ ਵੱਖ-ਵੱਖ ਬੋਲੀਆਂ ਕਿਉਂ ਹਨ? ਪਸ਼ਚਮ ਮੁਖ ਇੱਕ ਪ੍ਰਾਚੀ ਕਰਹੀ ਇੱਕ ਫਿਰ ਪੱਛਮ ਵੱਲ ਨੂੰ ਮੁਖ ਕਿਉਂ ਕਰਦਾ ਹੈ? ਇੱਕ ਪੂਰਬ ਵਾਲੇ ਪਾਸੇ ਨੂੰ ਕਿਉਂ ਮੂੰਹ ਕਰਦਾ ਹੈ? ਇੱਕ ਚੜ੍ਹਦੇ ਨੂੰ ਸਲਾਮ ਕਰਦਾ, ਇੱਕ ਲਹਿੰਦੇ ਨੂੰ ਸਲਾਮ ਕਰਦਾ ਹੈ। ਇਸ ਤਰ੍ਹਾਂ ਕਿਉਂ ਹੈ? ਨਿਜ ਮਤ ਦੋ ਪਲੋਚ ਰਹੀ ਇਹ ਦੋ ਮਤ ਕਿਉਂ ਹੈ? ਜੇ ਤੁਸੀਂ, ਮੈਂ ਤੇ ਪੁੱਛਿਆ ਸੀ ਦੋਵਾਂ ਚੋਂ ਵੱਡਾ ਕੌਣ ਹੈ, ਪਰ ਤੁਸੀਂ ਅੱਗੋਂ ਮੈਨੂੰ ਇਸ ਤਰ੍ਹਾਂ ਆਖਿਆ, ਹੁਣ ਤੁਸੀਂ ਦੱਸੋ ਵੀ ਦੋਨਾਂ ਵਿੱਚੋਂ ਫਿਰ ਕਹਿਣ ਲੱਗੇ ਚੰਗੀ ਮਤ ਵਾਲਾ ਕੌਣ ਹੈ? ਤੇ ਜੇ ਦੋ ਵੱਖ-ਵੱਖ ਨਹੀਂ ਇੱਕ ਆ, ਤੇ ਫਿਰ ਇਹ ਦੋ ਰਾਹ ਕਿਉਂ ਹਨ? ਸ਼੍ਰੀ ਨਾਨਕ ਪੁਨ ਬੈਨ ਬਖਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਅੱਗੋਂ ਜਵਾਬ ਦੇਣਾ ਕੀਤਾ। ਉਤਮ ਭਗਤ ਕਬੀਰ ਮਹਾਨੇ ਸਾਹਿਬ ਜੀ ਕਹਿੰਦੇ ਆ ਇਸ ਧਰਤੀ ਤੇ ਭਗਤ ਹੋਏ ਨੇ, 15 ਭਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਿਰਾਜਮਾਨ ਆ। ਉਹਨਾਂ ਭਗਤਾਂ ਵਿੱਚੋਂ ਦੀ ਸ਼੍ਰੋਮਣੀ ਭਗਤ ਨੇ ਭਗਤ ਕਬੀਰ ਸਾਹਿਬ। ਕਬੀਰ ਜੀ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਕਰਦੇ ਹਨ। ਸਭ ਤੇ ਮਹਿਮਾ ਤੇ ਨੇ ਅਤਕਾਈ ਲੱਗੇ ਤਾਂ ਕਬੀਰ ਸਾਹਿਬ ਦੀ ਮਹਿਮਾ ਬੜੀ ਉੱਤਮ ਮਹਿਮਾ ਹੈ। ਰਾਮ ਕਬੀਰ ਭੇਦ ਨ ਹਰਾਈ ਤੇ ਕਬੀਰ ਸਾਹਿਬ ਕਹਿੰਦੇ ਆ ਵੀ ਰਾਮ ਤੇ ਕਬੀਰ ਵਿੱਚ ਕੋਈ ਭੇਦ ਨਹੀਂ ਆ, ਕੋਈ ਫਰਕ ਨਹੀਂ ਆ। ਔਰ ਇੱਥੋਂ ਤੱਕ ਵੀ ਕਹਿ ਦਿੱਤਾ ਕਬੀਰਾ ਤੂੰ ਹੀ ਕਬੀਰ, ਤੂੰ ਤੇਰੋ ਨਾਮ ਕਬੀਰ। ਕਬੀਰ ਜੀ ਕਹਿੰਦੇ ਮੇਰਾ ਵੀ ਮਾਪਿਆਂ ਨੇ ਨਾਮ ਕਬੀਰ ਰੱਖਿਆ, ਹੇ ਰੱਬ ਜੀ ਤੁਸੀਂ ਵੀ ਕਬੀਰ ਹੋ। ਤੇ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕਿਆ ਪਛਾਨੀ। ਸਭ ਕਹਿੰਦੇ ਇੱਕ ਭਗਤ ਹੋਇਆ ਕਬੀਰ, ਰਾਮ ਕਬੀਰ ਭੇਦ ਨ ਹਰਾਈ। ਰਾਈ ਮਾਤਰ ਵੀ ਉਹਨਾਂ ਵਿੱਚ ਭੇਦ ਨਹੀਂ, ਕਿਉਂਕਿ ਉਹਨਾਂ ਨੇ ਰੱਬ ਨੂੰ ਸਮਝ ਲਿਆ, ਉਹਨਾਂ ਨੇ ਉਸ ਰੱਬ ਨੂੰ ਪਾ ਲਿਆ, ਉਸ ਰੱਬ ਨੂੰ ਜਾਣ ਲਿਆ। ਤੇ ਜਿਹੜੇ ਰੱਬ ਨੂੰ ਪਾ ਲੈਂਦੇ ਆ, ਜਾਣ ਲੈਂਦੇ ਆ, ਉਹ ਧਰਮਾਂ ਦੇ ਨਾਮ ਤੇ ਲੜਦੇ ਨਹੀਂ, ਉਹ ਧਰਮਾਂ ਦੇ ਨਾਮ ਤੇ ਫਰਕ ਰੱਖ ਕੇ ਇਸ ਤਰ੍ਹਾਂ ਇਹ ਨਫ਼ਰਤ ਦੀ ਅੱਗ ਨਹੀਂ ਫੈਲਾਉਂਦੇ। ਉਹਨਾਂ ਵਾਸਤੇ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਦੀ ਖੇਡ ਬਣਦੀ ਹੈ। ਇਸ ਲਈ ਕਬੀਰ ਸਾਹਿਬ ਜੀ ਦੀ ਉਸ ਜੁਗਤੀ ਨੂੰ, ਉਸ ਨੁਕਤੇ ਨੂੰ ਸਮਝਾਂਗੇ ਤਾਂ ਫਿਰ ਇਹ ਬਾਹਰ ਦੇ ਧਰਮ ਕੇਵਲ ਸਰੀਰ ਕਰਕੇ ਨਜ਼ਰ ਆਉਣਗੇ। ਇਸ ਨੇ ਦੋਨੋਂ ਕੋ ਸਮਝਾਵਾ ਕਹਿੰਦੇ ਨੇ ਕਬੀਰ ਸਾਹਿਬ ਜੀ ਨੇ ਵੇਲੇ ਵੀ ਜਿਹੜਾ ਉਹ ਇਸ ਤਰ੍ਹਾਂ ਸੀ, ਉਦੋਂ ਕਬੀਰ ਸਾਹਿਬ ਨੇ ਵੀ ਦੋਵਾਂ ਨੂੰ ਹੀ ਸਮਝਾਉਣਾ ਕੀਤਾ, ਭਾਵੇਂ ਕੋਈ ਰਾਮ ਕਹਿਣ ਵਾਲਾ ਸੀ, ਭਾਵੇਂ ਕੋਈ ਅੱਲਾਹ ਕਹਿਣ ਵਾਲਾ ਸੀ। ਭਲੀ ਭਾਂਤ ਸੋ ਪਰਮ ਮਿਟਾਵਾ ਔਰ ਭਲੀ ਭਾਂਤ ਉਹਨਾਂ ਦੇ ਮਨ ਵਿੱਚੋਂ ਭਰਮ ਮਿਟਾਇਆ। ਜਿਵੇਂ ਬ੍ਰਾਹਮਣ ਦੀ ਗੱਲ ਆਉਂਦੀ ਹੈ, ਹਰ ਵੇਲੇ ਟਾਂਚ ਮਾਰਨੀ, ਹਰ ਵੇਲੇ ਟੀਚਰ ਕਰਨੀ, ਕਬੀਰ ਤੂੰ ਜੁਲਾਹਾ ਹੈ, ਤੂੰ ਨੀਵਾਂ ਹੈ। ਤੇ ਕਬੀਰ ਸਾਹਿਬ ਕਹਿੰਦੇ ਅੱਜ ਫੈਸਲਾ ਕਰ ਹੀ ਲਈਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਜਦੋਂ ਬਿਠਾ ਕੇ ਫੈਸਲਾ ਕੀਤਾ, ਅੱਗੋਂ ਫਿਰ ਉਹਨੂੰ ਜਵਾਬ ਕੋਈ ਨਹੀਂ ਆਇਆ। ਇਸ ਲਈ ਕਬੀਰ ਸਾਹਿਬ ਜੀ ਨੇ ਬੜੇ ਭਰਮ, ਬੜੇ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਚੋਂ ਭਰਮ ਮਿਟਾਏ ਹਨ। ਜਗ ਮੈਂ ਜਨਮ ਤੁਰਕ ਕਰ ਪਇਓ ਨੇ ਕਈ ਮੰਨਦੇ ਆ ਕਿ ਕਬੀਰ ਸਾਹਿਬ ਜੀ ਦਾ ਜਿਹੜਾ ਜਨਮ ਹੈ ਉਹ ਤੁਰਕ ਦੇ ਘਰ ਵਿੱਚ ਹੈ। ਸੁਣ ਤੂੰ ਜਿਉ ਤਿਨ ਵਰਣਨ ਕਇਓ ਪਰ ਜੇ ਦੇਖਿਆ ਜਾਵੇ, ਕਿਉਂਕਿ ਕਈਆਂ ਦੀ ਮਨੋਤ ਹੈ ਕਿ ਦਰਿਆ ਦੇ ਕਿਨਾਰੇ ਤੇ ਮਿਲਣਾ। ਪਿਤਾ ਜੀ ਦਾ ਨਾਮ ਜਿਹੜਾ ਉਹ ਨੀਰੂ ਹੈ, ਨੀਰੂ ਦਾ ਮਤਲਬ ਜਿਹੜਾ ਪਾਣੀ ਦੇ ਨੀਰ, ਨੀਰ ਦਾ ਮਤਲਬ ਪਾਣੀ ਹੁੰਦਾ ਹੈ, ਜਿਹੜਾ ਦਰਿਆ ਦੇ ਕਿਨਾਰੇ ਤੇ ਰਹਿਣ ਵਾਲਾ। ਕਈਆਂ ਦੀ ਇਹ ਮਨੋਤ ਹੈ, ਪਰ ਉਹਨਾਂ ਨੇ ਕਹਿਣ ਲੱਗੇ ਭਾਵੇਂ ਉਸ ਘਰ 'ਚ ਜਨਮ ਲਿਆ ਹੋਵੇ, ਪਰ ਸਿਮਰਿਆ ਤੇ ਰਾਮ ਨੂੰ ਹੈ। ਕਿਉਂ ਸਿਮਰਿਆ? ਕਿਉਂਕਿ ਪਰਮੇਸ਼ਵਰ ਦੇ ਹੀ ਸਾਰੇ ਹੈ, ਇੱਕੋ ਹੀ ਹੈ, ਸਾਰੇ ਹੀ ਉਹਦੇ ਨਾਮ। ਹੁਣ ਤੁਸੀਂ ਜਾਪ ਸਾਹਿਬ ਦਾ ਪਾਠ ਕਰੋ ਤੇ ਕਿੰਨੇ ਪਰਮੇਸ਼ਵਰ ਦੇ ਨਾਮ ਨੇ। ਸਭ ਤੋਂ ਵੱਧ ਨਾਮਾਂ ਦਾ ਜ਼ਿਕਰ ਜਿਹੜਾ ਉਹ ਜਾਪ ਸਾਹਿਬ ਦੀ ਬਾਣੀ ਵਿੱਚ ਕੀਤਾ ਹੈ, ਔਰ ਸਾਰੇ ਹੀ ਨਾਮ ਇੱਕ ਦੇ ਹੀ ਨੇ, ਇੱਕੋ ਹੀ ਨਾਮ, ਇੱਕੋ ਹੀ ਪਰਮੇਸ਼ਵਰ ਦੇ ਸਾਰੇ ਨਾਮ। ਅਸੀਂ ਨਾਮਾਂ ਦੇ ਚੱਕਰਾਂ 'ਚ ਨਹੀਂ ਪੈਣਾ, ਅਸੀਂ ਦੇਖਣਾ ਵੀ ਇਹ ਇੱਕ ਨਾਲ, ਅਕਾਲ ਪੁਰਖ ਨਾਲ ਜੁੜਨਾ ਹੈ। ਤਾਂ ਕਬੀਰ ਸਾਹਿਬ ਜੀ ਨੇ ਵੀ ਕਹਿਣ ਲੱਗੇ ਭਰਮ ਉਸ ਵੇਲੇ ਲੋਕਾਂ ਦੇ ਮਿਟਾਏ ਹਨ। ਦੋਹਰਾ ਇੱਕ ਮਾਟੀ ਇੱਕ ਨਹਿ ਕਰੇ, ਇੱਕ ਜੋਤ ਸਭ ਮਾਏ। ਕਹਿੰਦੇ ਨੇ ਸਾਰੇ ਹੀ ਇੱਕੋ ਮਿੱਟੀ ਦੇ ਬਣੇ ਹੋਏ ਆ,
ਪਰ ਅਸੀਂ ਮਿੱਟੀ ਨੂੰ ਵੰਡ ਕੇ ਰੱਖ ਦਿੱਤਾ, ਮਿੱਟੀ ਉੱਤੇ ਧਰਮਾਂ ਦੀ ਵਰਨਾਂ ਦੀ ਮੋਹਰ ਲਾ ਦਿੱਤੀ, ਪਰ ਇਸ ਮਿੱਟੀ ਦੇ ਅੰਦਰ ਜਿਹੜੀ ਰੱਬੀ ਜੋਤ ਸੀ ਉਹਦੇ ਉੱਤੇ ਅਸੀਂ ਮੋਹਰ ਨਹੀਂ ਲਾ ਸਕੇ। ਉਹਨੂੰ ਨਹੀਂ ਕਹਿ ਸਕਦੇ ਵੀ ਇਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਆਤਮਾ ਨੂੰ ਨਹੀਂ ਕਹਿ ਸਕਦੇ। ਇਹ ਸਰੀਰਾਂ ਉੱਤੇ ਹੀ ਮੋਹਰਾਂ ਲਾ ਕੇ ਆਪਸ ਵਿੱਚ ਲੜੀ ਜਾਂਦੇ ਆ, ਇੱਕ ਦੂਸਰੇ ਨੂੰ ਧਰਮ ਤੋਂ ਦੂਰ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਆ। ਕਬੀਰ ਸਾਹਿਬ ਜੀ ਦਾ ਬਚਨ ਬਾਣੀ ਵਿੱਚ ਆਉਂਦਾ ਹੈ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਕਬੀਰ ਸਾਹਿਬ ਜੀ ਨੇ ਇਸੇ ਹੀ ਸ਼ਬਦ ਵਿੱਚ ਅੱਗੇ ਜਾ ਕੇ ਜ਼ਿਕਰ ਕੀਤਾ, ਕਹਿਣ ਲੱਗੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣਹਾਰੇ। ਉਹ ਸਾਜਣਹਾਰ ਨੇ ਇੱਕੋ ਹੀ ਮਿੱਟੀ ਤੋਂ ਆਪਾਂ ਸਾਰਿਆਂ ਨੂੰ ਸਾਜਿਆ ਹੈ, ਆਪਾਂ ਸਾਰੇ ਇੱਕੋ ਹੀ ਮਿੱਟੀ ਤੋਂ ਬਣੇ ਹੋਏ ਹਾਂ। ਹਾਂ ਸ਼ਕਲਾਂ ਵੱਖਰੀਆਂ ਵੱਖਰੀਆਂ ਬਣਾਤੀਆਂ, ਸਾਡਾ ਮੁਹਾਂਦਰਾ ਚਿਹਰਾ ਵੱਖਰਾ ਵੱਖਰਾ ਕਰ ਦਿੱਤਾ, ਪਰ ਬਣੇ ਤਾਂ ਆਪਾਂ ਸਾਰੇ ਹੀ ਪੰਜ ਤੱਤਾਂ ਦੇ ਹਾਂ। ਬਣਾਉਣ ਵਾਲਾ ਵੀ ਸਿਰਜਣਹਾਰ ਵੀ ਇੱਕੋ ਹੀ ਹੈ ਸਾਡਾ। ਅਸੀਂ ਉਸ ਇੱਕ ਅਕਾਲ ਪੁਰਖ ਨਾਲ ਜੁੜਨਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਜਿਹੜਾ ਅੰਦਰ ਰੱਬੀ ਜੋਤ ਤੱਕ ਪਹੁੰਚ ਗਿਆ, ਉਹ ਸ਼ਰੀਰਾਂ ਦੇ ਨਾਮ ਤੇ ਧਰਮਾਂ ਦੇ ਨਾਮ ਤੇ ਨਹੀਂ ਲੜਦਾ, ਉਹ ਊਚ ਨੀਚਤਾ ਨਹੀਂ ਰੱਖਦਾ, ਉਹ ਗਰੀਬੀ ਅਮੀਰੀ ਨਹੀਂ ਰੱਖਦਾ। ਅਸੀਂ ਸ਼ਰੀਰਾਂ ਕਰਕੇ ਗਰੀਬੀ ਅਮੀਰੀ ਊਚ ਨੀਚਤਾ ਧਰਮ ਵਰਨ ਇਹਨਾਂ ਸਾਰਿਆਂ ਵਿੱਚ ਵੰਡੇ ਗਏ ਹਾਂ। ਪਰ ਜਦੋਂ ਇਸ ਸਰੀਰ ਦੇ ਅੰਦਰ ਵੇਖਾਂਗੇ ਤੇ ਸਭਨਾਂ ਵਿੱਚ ਇੱਕੋ ਹੀ ਰੱਬੀ ਜੋਤ ਹੈ। ਉਸ ਰੱਬੀ ਜੋਤ ਨੂੰ ਵੰਡਿਆ ਨਹੀਂ ਜਾ ਸਕਦਾ। ਜਿਵੇਂ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਦੋ ਦੀਵੇ ਇੱਕੋ ਹੀ ਭਾਂਡੇ ਦੇ ਵਿੱਚ ਜਿਹੜੇ ਆ ਮਿੱਟੀ ਤੋਂ ਬਣੇ ਆ, ਇੱਕੋ ਹੀ ਕੁਮਿਆਰ ਉਹਨਾਂ ਨੂੰ ਬਣਾਉਣ ਵਾਲਾ ਹੈ। ਹੁਣ ਉਹ ਦੋਵੇਂ ਉਹਦੀ ਹੱਟੀ ਤੇ ਪਏ ਆ ਦੀਵੇ, ਇੱਕ ਉੱਚ ਜਾਤੀ ਵਾਲਾ ਖਰੀਦ ਕੇ ਲੈ ਗਿਆ, ਇੱਕ ਨੀਵੀਂ ਜਾਤੀ ਵਾਲਾ ਲੈ ਗਿਆ। ਹੁਣ ਸੁਭਾਵਿਕ ਦੋਵੇਂ ਇੱਕੋ ਹੀ ਨਗਰ ਵਿੱਚ ਰਹਿਣ ਵਾਲੇ, ਤੇ ਉਸੇ ਨਗਰ ਦਾ ਇੱਕ ਥੜਾ ਸਾਂਝਾ ਥੜਾ ਸੀ। ਉੱਚ ਜਾਤੀ ਵਾਲੇ ਨੇ ਲਿਆ ਕੇ ਉੱਥੇ ਦੀਵਾ ਆਪਣਾ ਜਗਾ ਦਿੱਤਾ, ਨੀਵੀਂ ਜਾਤੀ ਵਾਲੇ ਨੇ ਲਿਆ ਕੇ ਦੀਵਾ ਆਪਣਾ ਜਗਾਤਾ। ਹਾਲਾਂਕਿ ਦੋਵੇਂ ਆਏ ਇੱਕੋ ਹੀ ਹੱਟੀ ਤੋਂ ਨੇ, ਇੱਕੋ ਹੀ ਮਿੱਟੀ ਤੋਂ ਬਣੇ ਨੇ, ਇੱਕੋ ਹੀ ਉਹਨਾਂ ਨੂੰ ਬਣਾਉਣ ਵਾਲਾ ਹੈ। ਹੁਣ ਜਦੋਂ ਦੋਵੇਂ ਦੀਵੇ ਜਗ ਰਹੇ ਆ, ਬਾਹਰੋਂ ਦੇਖਣ ਵਿੱਚ ਉਹ ਉੱਚੀ ਜਾਤੀ ਦਾ, ਇਹ ਨੀਵੀਂ ਜਾਤੀ ਦਾ, ਦੋਵੇਂ ਬੁਝ ਗਏ। ਫਿਰ ਰੱਬੀ ਰੂਹ ਕੋਲੋਂ ਦੀ ਲੰਘੀ ਆ, ਉਹਨਾਂ ਨੇ ਦੋਵਾਂ ਨੂੰ ਬੁਝਿਆ ਵੇਖਿਆ ਤੇ ਸਮਝ ਲਿਆ ਵੀ ਅਸਲ ਵਿੱਚ ਇਹਨਾਂ ਅੰਦਰ ਜਾਤ ਪਾਤ ਦਾ ਫਰਕ ਹੈ। ਇਹ ਮੂੰਹ ਮੋੜੀ ਬੈਠੇ ਨੇ ਇੱਕ ਦੂਜੇ ਤੋਂ। ਉਹਨਾਂ ਕੀ ਕੀਤਾ, ਦੋਵੇਂ ਦੀਵੇ ਇਕੱਠੇ ਕਰਕੇ ਮੂੰਹ ਜੋੜ ਕੇ ਉਹਨਾਂ ਦੀਆਂ ਜਿਹੜੀਆਂ ਬੱਤੀਆਂ ਸੀ ਦੋਵਾਂ ਨੂੰ ਵੱਟ ਕੇ ਇੱਕ ਕਰ ਦਿੱਤਾ। ਹੁਣ ਦੋਵੇਂ ਦੀਵਿਆਂ ਦੇ ਮੂੰਹ ਜੁੜਿਆ, ਬੱਤੀ ਦੋਵਾਂ ਦੀ ਵੱਟ ਕੇ ਇੱਕ ਕਰਕੇ ਜਗਾ ਦਿੱਤਾ। ਤੇ ਜਦੋਂ ਉਹ ਦੋਵੇਂ ਦੀਵੇ ਜੜਿਆ, ਉਹਨਾਂ ਦੀ ਇੱਕ ਬੱਤੀ ਵੱਟ ਕੇ ਜਗਾਤੀ। ਹੁਣ ਪੁੱਛਿਆ ਵੀ ਤੁਸੀਂ ਦੱਸੋ ਵੀ ਉੱਚੀ ਜਾਤ ਵਾਲਾ ਕਿਹੜਾ ਤੇ ਨੀਵੀਂ ਵਾਲਾ ਕਿਹੜਾ। ਗੱਲ ਹੁਣ ਦੀਵਿਆਂ ਦੀ ਨਹੀਂ ਰਹੀ, ਗੱਲ ਹੁਣ ਉਸ ਜੋਤ ਤੱਕ ਆ ਗਈ ਆ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਅਸੀਂ ਸ਼ਰੀਰਾਂ ਕਰਕੇ ਲੜ ਰਹੇ ਹਾਂ, ਵਿਤਕਰੇ ਕਰ ਰਹੇ ਹਾਂ, ਨਸਲ ਕੁਸ਼ੀ ਜਿਹੜੀ ਹੋ ਰਹੀ ਆ ਇਹ ਸ਼ਰੀਰਾਂ ਕਰਕੇ ਹੋ ਰਹੀ ਆ। ਪਰ ਜਦੋਂ ਅੰਦਰ ਦੀ ਜੋਤ ਵੇਖਾਂਗੇ ਕੋਈ ਅੰਤਰ ਨਜ਼ਰ ਨਹੀਂ ਆਏਗਾ, ਕੋਈ ਫਰਕ ਨਜ਼ਰ ਨਹੀਂ ਆਏਗਾ। ਜਦੋਂ ਅਸੀਂ ਰੱਬੀ ਜੋਤ ਤੱਕ ਪਹੁੰਚਾਂਗੇ, ਉਹਦੇ ਬਾਹਰ ਦੀ ਅੱਖ ਨਾਲ ਨਹੀਂ, ਇਹ ਮਾਇਆ ਦੀ ਅੱਖ ਹੈ, ਤੇ ਮਾਇਆਵੀ ਅੱਖ ਨਾਲ ਨਹੀਂ ਉਹ ਦਿਸਣਾ ਮਨ ਦੀਆਂ ਅੱਖਾਂ ਦੇ ਨਾਲ। ਤੇ ਮਨ ਦੀਆਂ ਅੱਖਾਂ ਤਾਂ ਦਿਸੇਗਾ ਜੇ ਅਸੀਂ ਗੁਰਬਾਣੀ ਕੋਲੋਂ ਰੋਸ਼ਨੀ ਲਵਾਂਗੇ। ਜੇ ਗੁਰਬਾਣੀ ਗੁਰੂ ਦੀਆਂ ਅੱਖਾਂ ਨਾਲ ਵੇਖਾਂਗੇ, ਗੁਰੈ ਦਿਖਾਇਓ ਲੋਏ ਨਾ ਇਤੈ ਉਤੈ ਘਟ ਘਟ ਤੂੰ ਹੀ ਮੋਹੇ ਨਾ। ਇਹ ਵਾਹਿਗੁਰੂ ਜੀ ਤੂੰ ਹੀ ਤੂੰ ਹੈ, ਹਰ ਇੱਕ ਦੇ ਘਟ, ਹਰ ਇੱਕ ਦੇ ਹਿਰਦੇ ਵਿੱਚ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹਦੇ ਤੋਂ ਬਿਨਾਂ ਹੈ ਹੀ ਕੋਈ ਨਹੀਂ। ਜੇ ਰੱਬੀ ਜੋਤ ਨੂੰ ਅੰਦਰ ਵੇਖ ਲਿਆ ਜਾਏ, ਫਿਰ ਸਾਰੇ ਧਰਮਾਂ ਵਾਲੇ ਅਸੀਂ ਇੱਕ ਥਾਂ ਤੇ ਇਕੱਠੇ ਹੋ ਸਕਦੇ ਹਾਂ। ਇਹੀ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਡਿਆਈ ਕਿਉਂ। ਇਹ ਨਹੀਂ ਕਿ ਆਪਾਂ ਜੁੜੇ ਹੋਏ ਹਾਂ ਤਾਂ ਵਡਿਆਈ ਦੇਣੀ ਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵਡਿਆਈ ਇਸ ਲਈ ਹੈ ਕਿ ਜਿੰਨੇ ਵੀ ਸੰਸਾਰ ਵਿੱਚ ਧਰਮ ਦੇ ਗ੍ਰੰਥ ਨੇ, ਉਹਨਾਂ ਵਿੱਚ ਇੱਕੋ ਹੀ ਨਾਮ ਨਜ਼ਰ ਆਏਗਾ, ਦੋ ਨਾਮ ਨਜ਼ਰ ਨਹੀਂ ਆਉਣਗੇ। ਜੇ ਅੱਲਾਹ ਦੀ ਆਵਾਜ਼ ਹੈ ਤੇ ਅੱਲਾਹ ਦੀ ਹੋਈ ਹੈ, ਜੇ ਰਾਮ ਦੀ ਆਵਾਜ਼ ਹੈ ਤੇ ਰਾਮ ਦੀ ਹੋਈ ਹੈ। ਪਰ ਮਹਾਰਾਜ ਕਹਿੰਦੇ ਇਹ ਉਹ ਗੁਰੂ ਗ੍ਰੰਥ ਸਾਹਿਬ ਆ ਜਿਨ੍ਹਾਂ ਨੇ ਤੁਹਾਨੂੰ ਸ਼ਰੀਰਾਂ ਕਰਕੇ ਲੜਾਉਣਾ ਨਹੀਂ, ਤੁਹਾਨੂੰ ਵਿਤਕਰਿਆਂ 'ਚ ਭਰਮਾਂ ਵਿੱਚ ਨਹੀਂ ਪਾਉਣਾ, ਧਰਮਾਂ ਦੇ ਨਾਮ ਤੇ ਊਚ ਨੀਚਤਾ ਨਹੀਂ ਫੈਲਾਉਣੀ। ਇਹ ਉਹ ਧਾਰਮਿਕ ਗ੍ਰੰਥ ਹੈ ਜਿੱਥੇ ਅੱਲਾਹ ਦੀ ਆਵਾਜ਼ ਵੀ ਆਉਣੀ ਹੈ ਤੇ ਜਿੱਥੇ ਰਾਮ ਦੀ ਆਵਾਜ਼ ਵੀ ਆਉਣੀ ਹੈ। ਜਿੱਥੇ ਆਵਾਜ਼ ਆਏਗੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਜਿੱਥੇ ਆਵਾਜ਼ ਆਏਗੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿੱਥੇ ਆਵਾਜ਼ ਆਏਗੀ ਕਿ ਮੁਸਲਮਾਨ ਹੋਣਾ ਤੇ ਕਿਵੇਂ ਹੋਈਦਾ ਹੈ, ਜੇ ਤੂੰ ਆਪਣੇ ਆਪ ਨੂੰ ਸਨਾਤਨੀ ਬਣਾਉਣਾ ਤੇ ਕਿਵੇਂ ਬਣਾਉਣਾ ਹੈ। ਜੇ ਤੂੰ ਕਹੇ ਵੀ ਮੈਂ ਰਾਮ ਜਪਦਾ, ਮਹਾਰਾਜ ਕਹਿੰਦੇ ਐਵੇਂ ਨਹੀਂ, ਐਵੇਂ ਜਪੀਦਾ ਹੈ, ਕਿਉਂਕਿ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਜਿਵੇਂ ਤੂੰ ਫਿਰਦਾ ਐਵੇਂ ਨਹੀਂ ਪਾਇਆ ਜਾਣਾ। ਇਸ ਲਈ ਗੁਰੂ ਸਾਹਿਬ ਨੇ ਸ਼ੁਰੂਆਤ ਹੀ ਇੱਕ ਓੰਕਾਰ ਤੋਂ ਕੀਤੀ ਹੈ ਕਿ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਅਨੰਤ ਨਾਮ ਪਰਮੇਸ਼ਵਰ ਦੇ ਆ, ਪਰ ਸਾਡਾ ਮਕਸਦ ਹੈ ਇੱਕ ਓੰਕਾਰ ਨਾਲ ਜੁੜਨਾ। ਉਹ ਇੱਕ ਹੈ ਜਿਨ੍ਹਾਂ ਨੇ ਸਾਰੇ ਸੰਸਾਰ ਦੀ ਉਤਪਤੀ, ਇਸ ਕੁਦਰਤ ਨੂੰ ਸਾਜਣ ਵਾਲਾ, ਕੁਦਰਤ ਵਿੱਚ ਰੰਗ ਭਰਨ ਵਾਲਾ ਇੱਕੋ ਹੀ ਹੈ ਪਰਮੇਸ਼ਵਰ। ਉਹਦੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਤੇ ਜੇ ਰੱਬ ਤੋਂ ਬਿਨਾਂ ਦੂਜਾ ਹੈ ਹੀ ਨਹੀਂ, ਫਿਰ ਅਸੀਂ ਆਪਣੇ ਆਪਣੇ ਰੱਬ ਬਣਾ ਕੇ ਵੰਡੀਆਂ ਕਿਉਂ ਪਾ ਲਈਆਂ। ਫਿਰ ਅਸੀਂ ਆਪਣੇ ਰੱਬ ਦੇ ਨਾਮ ਤੇ ਕਿਉਂ ਇੱਕ ਦੂਜੇ ਨਾਲ ਉਲਝ ਰਹੇ ਹਾਂ, ਲੜ ਰਹੇ ਹਾਂ, ਝਗੜ ਰਹੇ ਹਾਂ। ਕਿਉਂਕਿ ਕੇਵਲ ਸ਼ਰੀਰਾਂ ਤੱਕ ਸੀਮਤ ਹਾਂ, ਸ਼ਰੀਰ ਦੇ ਅੰਦਰ ਰੱਬੀ ਜੋਤ ਤੱਕ ਅਸੀਂ ਪਹੁੰਚ ਹੀ ਨਹੀਂ ਪਾਏ। ਕੇਵਲ ਅਸੀਂ ਸ਼ਰੀਰ ਕਰਕੇ ਇੱਕ ਦੂਜੇ ਨਾਲ ਟਕਰਾ ਰਹੇ ਹਾਂ, ਅੰਦਰ ਈਰਖਾ ਭਰੀ ਪਈ ਹੈ। ਤਾਂ ਹੀ ਤੇ ਕਬੀਰ ਜੀ ਨੇ ਕਿਹਾ ਸੀ ਅੰਧਿਆਰਾ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈ ਹੈ ਵੀ ਤੇਰੇ ਅੰਦਰ ਦੀਵਾ ਬਾਲਣ ਦੀ ਲੋੜ ਹੈ। ਤੂੰ ਬਾਹਰੋਂ ਹਜ਼ਾਰਾਂ ਦੀਵੇ ਬਾਲ ਲੈ, ਫਿਰ ਵੀ ਅੰਦਰ ਹਨੇਰਾ ਹੀ ਰਹਿਣਾ। ਬਾਹਰੋਂ ਆਪਾਂ ਦੀਵਾਲੀ ਵਾਲੇ ਦਿਨ ਦੀਵੇ ਕਿੰਨੇ ਬਾਲਦੇ ਹਾਂ, ਜਿਹੜਾ ਰਾਤ ਦਾ ਹਨੇਰਾ ਉਹ ਵੀ ਦਿਨ ਦੇ ਵਿੱਚ ਬਦਲ ਜਾਂਦਾ, ਇੰਨੇ ਦੀਵੇ ਬਾਲਦੇ ਹਾਂ। ਪਰ ਬਾਹਰ ਦੇ ਜਿੰਨੇ ਦੀਵੇ ਬਾਲਦੇ ਹਾਂ ਉਹਦੇ ਨਾਲੋਂ ਕਈ ਗੁਣਾ ਹਨੇਰਾ ਸਾਡੇ ਅੰਦਰ ਉਸੇ ਤਰ੍ਹਾਂ ਹੀ ਰਹਿੰਦਾ ਹੈ। ਜੇ ਬਾਹਰ ਦਾ ਸੂਰਜ ਸਾਡੇ ਅੰਦਰ ਚਾਨਣ ਨਹੀਂ ਕਰ ਸਕਦਾ, ਹਜ਼ਾਰਾਂ ਦੀਵੇ ਕਿੱਥੋਂ ਕਰ ਦੇਣਗੇ। ਜੇ ਸੋ ਚੰਦਾ ਉਗ ਵਹਿ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਔਰ ਇਹ ਉਹ ਮਾਰਗ ਹੈ ਜਿਹੜਾ ਗੁਰੂ ਸਾਹਿਬ ਨੇ ਚਲਾਇਆ, ਜਿਸ ਮਾਰਗ ਤੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਜਿਸ ਸੰਗਤ ਵਿੱਚ ਕੋਈ ਵਿਤਕਰਾ ਨਹੀਂ, ਇੱਥੇ ਹਰ ਧਰਮ ਵਰਨ ਦਾ ਪ੍ਰਾਣੀ ਆ ਕੇ ਬਰਾਬਰ ਸੰਗਤ ਵਿੱਚ ਬੈਠ ਸਕਦਾ ਹੈ। ਇੱਥੇ ਕੋਈ ਪੰਗਤਾਂ ਵੱਖਰੀਆਂ ਨਹੀਂ ਬਣਾਈਆਂ ਜਾਂਦੀਆਂ ਕਿ ਤੂੰ ਫਲਾਣੇ ਧਰਮ ਦਾ, ਫਲਾਣੇ ਵਰਨ ਦਾ, ਤੂੰ ਫਲਾਣੀ ਜਾਤ ਦਾ। ਨਹੀਂ, ਜਦੋਂ ਸੰਗਤ ਵਿੱਚ ਬੈਠਿਆ ਜਾਂਦਾ ਹੈ ਤੇ ਇੱਕ ਬਰਾਬਰ ਹੋ ਕੇ। ਤੇ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਜੇ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਆਉਣਾ ਹੈ ਤੇ ਸੰਗਤ ਵਿੱਚ ਬੈਠਣ ਤੋਂ ਪਹਿਲਾਂ ਪੰਗਤ ਵਿੱਚ ਬੈਠਣ ਦੀ ਜਾਚ ਸਿੱਖ। ਪਰ ਅਫਸੋਸ, ਅਸੀਂ ਪੜ੍ਹੇ ਲਿਖੇ ਬਹੁਤ ਹੋ ਗਏ, ਅਸੀਂ ਤਰੱਕੀਆਂ ਬੜੀਆਂ ਕਰ ਲਈਆਂ, ਇੰਨੀਆਂ ਤਰੱਕੀਆਂ ਕਰ ਲਈਆਂ, ਇੰਨੇ ਪੜ੍ਹੇ ਲਿਖੇ ਹੋ ਗਏ ਕਿ ਸਾਨੂੰ ਅੱਜ ਪੰਗਤ ਵਿੱਚ ਬਹਿਣਾ ਵੀ ਔਖਾ ਲੱਗਦਾ ਹੈ। ਪੰਗਤ ਲਾਉਣੀ ਵੀ ਔਖੀ, ਪੰਗਤ ਵਿੱਚ ਬਹਿਣਾ ਵੀ ਔਖਾ ਲੱਗਦਾ ਹੈ। ਅੱਜ ਜਿਹੜੇ ਅਸੀਂ ਵੇਖਦੇ ਹਾਂ ਧਰਮ ਦੇ ਨਾਮ ਤੇ ਜਿਹੜੇ ਸਮਾਗਮ ਹੁੰਦੇ ਆ, ਉੱਥੇ ਵਿੱਚ ਪੰਗਤ ਵਾਲਾ ਸਿਸਟਮ ਤਾਂ ਖਤਮ ਹੀ ਹੁੰਦਾ ਦਿਸਦਾ ਹੈ।
ਵਾਹਿਗੁਰੂ ਮਿਹਰ ਕਰਨ, ਜੇ ਬਖਸ਼ਿਸ਼ਾਂ ਲੈਣੀਆਂ ਨੇ ਸੰਗਤ ਵਿੱਚ ਰੰਗਤ ਮਿਲਣੀਆਂ, ਪਰ ਅਸੀਂ ਆਪਣੇ ਜੀਵਨ ਵਿੱਚ ਪੰਗਤ ਨਾ ਖਤਮ ਕਰੀਏ। ਪੰਗਤ ਵਾਲਾ ਜਿਹੜਾ ਸਿਸਟਮ ਗੁਰੂ ਅਮਰਦਾਸ ਮਹਾਰਾਜ ਨੇ ਬਣਾਇਆ, ਪਹਿਲੇ ਪੰਗਤ ਪਾਛਾ ਸੰਗਤ ਫਿਰ ਰੰਗਤ, ਹੁਣ ਪੰਗਤ ਵਿੱਚ ਬੈਠਣਾ ਤੇ ਸਾਡਾ ਵਿਸਰਦਾ ਜਾਂਦਾ ਹੈ। ਸਤਿਗੁਰੂ ਮਹਾਰਾਜ ਮਿਹਰ ਕਰਨ, ਪੰਗਤ ਵਿੱਚ ਬੈਠ ਕੇ ਹੀ ਮਨਾਂ ਦੇ ਵਿਤਕਰੇ ਮਿਟਣੇ ਆ। ਕੋਸ਼ਿਸ਼ ਕਰੀਏ ਵੀ ਭਾਵੇਂ ਸਮਾਗਮ ਖੁਸ਼ੀ ਦਾ ਹੋਵੇ, ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ, ਅਸੀਂ ਜਿਹੜਾ ਲੰਗਰ ਪ੍ਰਸ਼ਾਦ ਛਕਣਾ ਤੇ ਛਕਾਉਣਾ ਉਹ ਕੋਸ਼ਿਸ਼ ਕਰੀਏ ਪੰਗਤ ਹੀ ਹੋਵੇ, ਕਿਉਂਕਿ ਪੰਗਤ ਵਿੱਚ ਆ ਕੇ ਸਾਡੇ ਮਨਾਂ ਦੇ ਕਈ ਤਰ੍ਹਾਂ ਦੇ ਵਿਤਕਰੇ ਖਤਮ ਹੋਣੇ ਆ। ਸਤਿਗੁਰੂ ਮਿਹਰ ਕਰਨ। ਜ਼ਰੂਰੀ ਨਹੀਂ ਕਿ ਜਿਹਦੇ ਕੋਲ 4 ਪੈਸੇ ਆ, ਧਨਾੜ ਹੈ, ਸ਼ਾਹੂਕਾਰ ਹੈ, ਉੱਚਾ ਅਹੁਦਾ ਹੈ। ਇੱਕ ਅੱਜ ਕਿਸੇ ਨੇ ਫੋਟੋ ਜਿਹੜੀ ਆ ਤਸਵੀਰ ਕਿਸੇ ਨੇ ਪਾਈ, ਇੱਕ ਗਰੀਬ ਬੰਦਾ ਆਪਣੇ ਪਿੱਠ ਉੱਤੇ ਇੱਕ ਅਮੀਰ ਬੰਦੇ ਨੂੰ ਚੁੱਕ ਕੇ ਲਿਜਾ ਰਿਹਾ, ਔਰ ਜਿਹੜੇ ਅਮੀਰ ਬੰਦੇ ਨੂੰ ਪਿੱਠ ਤੇ ਚੁੱਕ ਕੇ ਲਿਜਾ ਰਿਹਾ ਉਹ ਕਰੋੜਪਤੀ ਹੈ। ਕਰੋੜਪਤੀ ਬੰਦਾ, ਪਰ ਉਹਦੇ ਕੋਲ ਪੈਰਾਂ ਦੇ ਰਾਹੀਂ ਚੱਲਣ ਦੀ ਹਿੰਮਤ ਨਹੀਂ ਹੈ, ਪਰ ਦੇਖਿਆ ਜਾਏ ਤੇ ਕਰੋੜਾਪਤੀ ਹੈ। ਤੇ ਜਿਹੜਾ ਉਹਨੂੰ ਆਪਣੀ ਪਿੱਠ ਤੇ ਚੁੱਕ ਕੇ ਲਿਜਾ ਰਿਹਾ, ਉਹਦੇ ਘਰ ਇੱਕ ਵਕਤ ਦੀ ਰੋਟੀ ਵੀ ਨਹੀਂ ਜੁੜਦੀ। ਉਹ ਮਿਹਨਤ ਕਰਦਾ ਤੇ ਘਰ ਦੀ ਇੱਕ ਵਕਤ ਦੀ ਰੋਟੀ ਮਸਾਂ ਉਹਦੇ ਘਰ ਜੁੜਦੀ ਹੈ। ਫਿਰ ਅਮੀਰ ਕੌਣ ਹੋਇਆ? ਫਿਰ ਬੱਲ ਵਾਲਾ ਕੌਣ ਹੋਇਆ? ਅਸੀਂ ਕਹਿੰਦੇ ਆ ਜਿਹਦੇ ਕੋਲ 4 ਪੈਸੇ ਆ, ਬੜੀ ਪਾਵਰ ਵਾਲਾ ਹੈ, ਪਾਵਰ ਵਾਲੇ ਕੋਲ ਤੇ 2 ਕਦਮ ਤੁਰਨ ਦੀ ਹਿੰਮਤ ਨਹੀਂ ਹੈ। ਜਿਹਨੂੰ ਅਸੀਂ ਕਹਿੰਦੇ ਆ ਇਹ ਗਰੀਬ ਹੈ, ਉਹ ਅਮੀਰ ਨੂੰ ਪਿੱਠ ਤੇ ਚੁੱਕ ਕੇ ਲਈ ਜਾਂਦਾ ਹੈ। ਅਸੀਂ ਜਿਹੜੇ ਭਰਮ ਦੀ ਜ਼ਿੰਦਗੀ ਜੀ ਰਹੇ ਹਾਂ, ਇਹਦੇ ਵਿੱਚੋਂ ਨਿਕਲ ਕੇ ਵੇਖੋ, ਸਤਿਗੁਰੂ ਮਹਾਰਾਜ ਸਾਡੇ ਭਰਮ ਗੜ ਨੂੰ ਤੋੜਦੇ ਆ। ਅਸੀਂ ਸ਼ਰੀਰਾਂ ਚੋਂ ਨਿਕਲ ਕੇ ਅੰਦਰ ਰੱਬੀ ਜੋਤ ਨੂੰ ਮਹਿਸੂਸ ਕਰਾਂਗੇ, ਫਿਰ ਕਿਹਨੂੰ ਮੰਦਾ ਕਵਾਂਗੇ, ਕਿਹਨੂੰ ਚੰਗਾ ਕਵਾਂਗੇ, ਸਾਰੇ ਹੀ ਉਸ ਕੁਦਰਤ ਵਿੱਚ ਰੱਬ ਦੇ ਬੰਦੇ ਆ। ਪਰ ਇਹਨੂੰ ਸਮਝਣ ਲਈ ਸਾਨੂੰ ਗੁਰਬਾਣੀ ਦਾ ਅਭਿਆਸ ਕਰਨਾ ਪਏਗਾ। ਸਿਰਫ ਨਿਰੀਆਂ ਗੱਲਾਂ ਨਹੀਂ, ਗੱਲਾਂ ਤੇ ਮੇਰੇ ਵਰਗਾ ਬੈਠ ਕੇ ਇੱਥੇ ਬੜੀਆਂ ਉੱਚੀਆਂ ਕਰ ਲੇਗਾ, ਪਰ ਕਿਸੇ ਗਰੀਬ ਵਿੱਚ ਵੀ ਰੱਬ ਨੂੰ ਵੇਖਣਾ ਬੜਾ ਔਖਾ ਹੈ। ਮਨ ਵਿੱਚ ਇਹ ਆਵੇ ਕਿ ਇਹ ਤੇ ਇੱਕ ਮਾਮੂਲੀ ਜਿਹਾ ਇਨਸਾਨ ਹੈ, ਇਹਦੇ ਪੱਲੇ ਕੀ ਹੈ। ਇੱਕ ਦਿਨ ਇਹਦੀ ਬੇਨਤੀ ਕੀਤੀ ਸੀ ਕਿ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਦੇ ਘਰ ਵੇਖਣਾ ਚਾਹੁੰਦੇ ਹੋ ਤੇ ਭਾਈ ਲਾਲੋ ਦੇ ਘਰ ਮਿਲਣਾ ਹੈ। ਅੱਜ ਵੀ ਮਹਾਰਾਜ ਜੇ ਮਿਲਣਾ ਤੇ ਮਲਕ ਭਾਗੋ ਦੇ ਘਰੋਂ ਨਹੀਂ ਜੇ ਮਿਲਣਾ। ਮਲਕ ਭਾਗੋ ਦੇ ਘਰ ਜਾਓਗੇ, ਉੱਥੇ ਤੁਹਾਨੂੰ ਉੱਚੇ ਅਹੁਦੇ, ਬੇਈਮਾਨੀ, ਬੜਾ ਕੁਝ ਨਜ਼ਰ ਆਏਗਾ, ਪਰ ਉੱਥੇ ਗੁਰੂ ਨਾਨਕ ਸਾਹਿਬ ਦੀ ਰਹਿਮਤ ਨਜ਼ਰ ਨਹੀਂ ਆਏਗੀ। ਭਾਈ ਲਾਲੋ ਦਾ ਘਰ ਭਾਵੇਂ ਛੋਟਾ ਹੋਏਗਾ, ਭਾਵੇਂ ਉਹਦੇ ਘਰ ਇਮਾਨਦਾਰੀ ਦੀ ਸੁੱਕੀ ਰੋਟੀ ਹੋਏਗੀ, ਪਰ ਉਹਦੇ ਘਰ ਵਿੱਚ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤਦੀ ਨਜ਼ਰ ਆਏਗੀ। ਇਸ ਲਈ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਆ, ਕਹਿੰਦੇ ਤੂੰ ਜਿਹੜਾ ਸਵਾਲ ਕੀਤਾ ਇਹ ਤੇ ਨਫ਼ਰਤ ਫੈਲਾਉਣ ਵਾਲਾ ਹੈ, ਇਹ ਚੰਗੀ ਮੱਤ ਵਾਲੀ ਦਾ ਸਵਾਲ ਨਹੀਂ। ਕਬੀਰ ਸਾਹਿਬ ਜੀ ਨੇ ਆਪਣੇ ਸਮੇਂ ਇਹ ਸਾਰੀ ਗੱਲ ਸਮਝਾਈ ਹੈ ਕਿ ਇੱਕ ਮਾਟੀ ਇੱਕ ਨ ਕਰੇ ਏਕ ਜੋਤ ਸਭ ਮਾਹੇ, ਵੀ ਇੱਕੋ ਹੀ ਮਿੱਟੀ ਤੋਂ ਸਾਰੇ ਭਾਂਡੇ ਉਸ ਮਾਲਕ ਨੇ ਬਣਾਏ ਆ, ਔਰ ਇਹ ਸਾਰੇ ਭਾਂਡੇ ਸਾਜ ਕੇ ਰੱਬੀ ਜੋਤ ਸਭਨਾਂ ਵਿੱਚ ਉਹਨੇ ਆਪਣੀ ਟਿਕਾ ਦਿੱਤੀ ਹੈ। ਅਸੀਂ ਉਸ ਰੱਬੀ ਜੋਤ ਨੂੰ ਜਦੋਂ ਮਹਿਸੂਸ ਕਰਾਂਗੇ ਤੇ ਫਿਰ ਸਾਡੇ ਆ ਜਿਹੜੇ ਸ਼ਰੀਰਾਂ ਵਾਲੇ ਵਿਤਕਰੇ, ਨਫ਼ਰਤ, ਈਰਖਾ, ਇਹ ਸਭ ਕੁਝ ਮਿਟ ਜਾਵੇਗਾ। ਇੱਕ ਸੋ ਬਨ ਜੋ ਬਣਾਉ ਤੈ ਭਰਮ ਔਰ ਮੈਂ ਨਾ ਮਾਹੇ। ਜਿਹਨੂੰ ਇੱਕ ਦੀ ਸਮਝ ਆ ਗਈ, ਜਿਹਨੂੰ ਇੱਕ ਅਕਾਲ ਪੁਰਖ ਦੀ ਸਮਝ ਆ ਗਈ ਵੀ ਉਹ ਕਰਨ ਕਾਰਨ ਪ੍ਰਭ ਏਕ ਹੈ, ਦੂਸਰਾ ਨਹੀਂ ਕੋਈ, ਸਾਜਣ ਵਾਲਾ ਵੀ ਉਹ ਹੈ, ਮਿਟਾਉਣ ਵਾਲਾ ਵੀ ਉਹ ਹੈ, ਘੜਨ ਵਾਲਾ ਵੀ ਉਹ ਹੈ, ਔਰ ਭੰਨਣ ਵਾਲਾ ਵੀ ਉਹ ਆਪ ਹੈ। ਜਿਹਨੂੰ ਇੱਕ ਦੀ ਸਮਝ ਆ ਜਾਏ, ਉਹਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਭਰਮ ਨਹੀਂ ਰਹਿ ਜਾਂਦਾ। ਏਕ ਓੰਕਾਰ ਖੁਦਾਏ ਸੋ ਰਾਮ ਰਹੀਮ ਨਾ ਦੋਏ। ਕਹਿੰਦੇ ਏਕ ਓੰਕਾਰ, ਖੁਦਾ ਵੀ ਉਹੀ ਹੈ, ਰਾਮ ਵੀ ਉਹੀ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੋਸਈਆਂ, ਕੋਈ ਅੱਲਾਹ ਹੈ, ਕੋਈ ਅੱਲਾਹ ਕਵੇ, ਗੋਡ ਕਵੇ, ਰਾਮ ਕਵੇ, ਰਹੀਮ ਕਵੇ। ਏਕ ਓੰਕਾਰ ਉਹ ਹੈ, ਇੱਕੋ ਹੀ ਹੈ। ਹੁਣ ਸੂਰਜ ਇੱਕ ਹੈ, ਸੂਰਜ ਦੇ ਨਾਮ ਕਈ ਨੇ, ਕਈ ਜਿਹੜੇ ਆ ਉਹ ਸੂਰਜ ਦੇ ਨਾਮ, ਪਰ ਕਈ ਨਾਮ ਹੋਣ ਕਰਕੇ ਇਹਦਾ ਮਤਲਬ ਇਹ ਨਹੀਂ ਵੀ ਸੂਰਜ ਵੀ ਇੰਨਾ ਹੀ ਹੈ, ਸੂਰਜ ਤਾਂ ਇੱਕੋ ਹੀ ਹੈ। ਇਸ ਲਈ ਸਾਹਿਬ ਕਹਿੰਦੇ ਕੋਈ ਉਹਨੂੰ ਰਾਮ ਕਹੇ, ਰਹੀਮ ਕਹੇ, ਖੁਦਾ ਕਹੇ, ਉਹ ਦੋ ਨਹੀਂ, ਉਹ ਇੱਕ ਹੀ ਹੈ। ਭੁੱਲੇ ਬੰਦਾ ਪਾਕ ਜੋ ਜਨਮ ਮਰਨ ਮੈਂ ਸੋਏ। ਜਿਹੜੇ ਭੁੱਲੇ ਹੋਏ ਲੋਕ, ਭਟਕੇ ਹੋਏ ਲੋਕ ਰੱਬ ਨੂੰ ਵੱਖਰਾ ਵੱਖਰਾ ਸਮਝਦੇ ਆ ਵੀ ਇਹਦਾ ਰਾਮ ਹੋਰ ਹੈ ਤੇ ਮੇਰਾ ਖੁਦਾ ਹੋਰ ਹੈ, ਇਹਦਾ ਰੱਬ ਹੋਰ ਤੇ ਮੇਰਾ ਰੱਬ ਹੋਰ ਹੈ। ਸਾਹਿਬ ਕਹਿੰਦੇ ਜਨਮ ਮਰਨ ਮੈਂ ਸੋਏ, ਉਹ ਲੋਕ ਆਪਣੀ ਜ਼ਿੰਦਗੀ ਦਾ ਸਮਾਂ ਵੀ ਗਵਾ ਜਾਂਦੇ ਆ ਔਰ ਜੰਮਣ ਮਰਨ ਦੇ ਵਿੱਚ ਪਏ ਰਹਿੰਦੇ ਹਨ। ਚੌਪਈ ਦੇ ਕੁਰਕੁਰੇ ਇਹੋ ਦਾਵੇ। ਇਸ ਲਈ ਸਾਨੂੰ ਸ਼ਰੀਰਾਂ ਨੂੰ ਵੇਖ ਕੇ ਆਪਸ ਵਿੱਚ ਨਫ਼ਰਤ ਨਹੀਂ ਪਾਲਣੀ ਚਾਹੀਦੀ। ਇਹ ਦੇਹ ਝੂਠੀ ਆ, ਇਹ ਬਿਨਸ ਜਾਣੀ ਹੈ, ਇਹ ਦੇਹ ਸੱਤ ਨਹੀਂ ਹੈ। ਇੱਕ ਦਿਨ ਇਸ ਸ਼ਰੀਰ ਨੇ ਮਿਟ ਜਾਣਾ ਹੈ। ਹਿੰਦੂ ਤੁਰਕ ਮਨ ਜੇ ਮਨਾਵੇ। ਅਸੀਂ ਸਾਰੀ ਜ਼ਿੰਦਗੀ ਇਹੀ ਮੰਨਦੇ ਰਹੇ ਵੀ ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ, ਈਸਾਈ ਹੈ, ਇਹ ਸ਼ਰੀਰਾਂ ਨੂੰ ਵੇਖ ਕੇ ਹੀ ਮੰਨਦੇ ਰਹੇ। ਤੇ ਜਦੋਂ ਸ਼ਰੀਰ ਮਿੱਟੀ ਹੋ ਗਿਆ, ਉਸ ਦਿਨ ਸਾਹਿਬ ਕਹਿੰਦੇ ਇਹ ਸ਼ਰੀਰ ਝੂਠੀ ਦੇਹੀ ਹੈ, ਇੱਕ ਦਿਨ ਬਿਨਸ ਜਾਵੇਗੀ। ਘਟ ਫੁੱਟੇ ਕਿਆ ਨਾਮ ਕਹੋਗੇ। ਹੁਣ ਜਦੋਂ ਫੁੱਟ ਗਿਆ ਘੜਾ, 4 ਘੜੇ ਨੇ, ਉਸ 4 ਘੜਿਆਂ ਦੇ ਉੱਪਰ ਲਿਖਿਆ ਹੋਇਆ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਹੁਣ ਜਦੋਂ 4 ਘੜੇ ਫੁੱਟ ਗਏ, ਉਹਦੇ ਵਿੱਚ 4 ਵਿੱਚ ਪਾਣੀ ਭਰਿਆ ਸੀ, ਧਿਆਨ ਦੇ ਕੇ ਸਮਝਿਓ। 4 ਘੜੇ ਪਾਣੀ ਦੇ ਭਰ ਲਓ, ਉਹਨਾਂ 4 ਘੜਿਆਂ ਦੇ ਬਾਹਰ ਲਿਖੋ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਉਹਨਾਂ 4 ਵਿੱਚ ਇੱਕੋ ਹੀ ਪਾਣੀ ਭਰ ਦਿਓ, ਤੇ ਜਦੋਂ ਉਹ 4 ਦੇ 4 ਘੜੇ ਫੁੱਟ ਜਾਣਗੇ ਤੇ ਕੀ ਹੋਏਗਾ? 4 ਘੜਿਆਂ ਦਾ ਪਾਣੀ ਇੱਕ ਹੋ ਜਾਏਗਾ। ਤੇ ਜਦੋਂ 4 ਘੜਿਆਂ ਦਾ ਪਾਣੀ ਇੱਕ ਹੋ ਗਿਆ, ਉੱਥੇ ਦੱਸਿਆ ਹੀ ਨਹੀਂ ਜਾ ਸਕਦਾ ਵੀ ਇਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼। ਉਹ ਉਦੋਂ ਤੱਕ ਸੀ ਜਦੋਂ ਘੜਾ ਬਣਿਆ ਹੋਇਆ ਸੀ। ਆ ਵੀ ਇੱਕ ਘੜਾ ਹੀ ਹੈ, ਸਾਡਾ ਸਰੀਰ ਘੜਾ ਹੈ, ਇਹਦੇ ਅੰਦਰ ਰੱਬੀ ਜੋਤ ਇੱਕੋ ਹੀ ਹੈ। ਜਦੋਂ ਇਹ ਘੜਾ ਫੁੱਟ ਗਿਆ ਨਾ, ਇਹ ਸਾਡੇ ਨਾਮ ਵੀ ਮਿਟ ਜਾਣੇ ਆ। ਤੇ ਮਾਰੇ ਕਹਿੰਦੇ ਘੱਟ ਫੁੱਟੇ ਕਿਆ ਨਾਮ ਕਹੋਗੇ, ਫਿਰ ਤੁਸੀਂ ਕੀ ਨਾਮ ਦਿਓਗੇ? ਉਦੋਂ ਨਾਮ ਕੋਈ ਵੀ ਦਿੱਤਾ ਨਹੀਂ ਜਾ ਸਕਦਾ। ਤਨ ਦਾਵੇ ਬਿਨ ਜਬੈ ਰਹੋਗੇ। ਫਿਰ ਤੁਸੀਂ ਤਨ ਦੇ ਦਾਅਵੇ ਤੋਂ ਬਿਨਾਂ ਰਹੋਗੇ। ਅੱਜ ਅਸੀਂ ਤਨ ਦਾ ਦਾਅਵਾ ਕਰੀ ਜਾਂਦੇ ਆ, ਤਨ ਦਾ ਦਾਅਵਾ ਕਰਕੇ ਇੱਕ ਦੂਸਰੇ ਨਾਲ ਲੜ ਰਹੇ ਹਾਂ, ਝਗੜ ਰਹੇ ਹਾਂ, ਨਫ਼ਰਤ ਫੈਲਾ ਰਹੇ ਹਾਂ। ਤੇ ਜਦੋਂ ਤਨ ਹੀ ਨਹੀਂ ਰਹੇਗਾ, ਫਿਰ ਅਸੀਂ ਕੀ ਕਵਾਂਗੇ? ਅੱਲਾਹ ਅਕਾਲ ਏਕ ਸ੍ਰੀ ਨਾਮੋ। ਇਸ ਲਈ ਅੱਲਾਹ ਅਕਾਲ ਇੱਕੋ ਹੀ ਪਰਮੇਸ਼ਵਰ ਹੈ। ਦਾਵਾ ਕਰੇ ਪਖੰਡਰ ਤਾਮੋ। ਜਿਹੜੇ ਸ਼ਰੀਰਾਂ ਕਰਕੇ ਦਾਅਵੇ ਕਰਦੇ ਆ, ਉਹ ਅਸਲ ਵਿੱਚ ਪਖੰਡੀ ਹੁੰਦੇ ਹਨ। ਜਗਤ ਝੂਠ ਮੈਂ ਝੂਠੇ ਦਾਵੇ। ਕਿਉਂਕਿ ਜਗਤ ਝੂਠਾ ਹੈ ਤੇ ਜਗਤ ਦੇ ਦਾਅਵੇ ਵੀ ਝੂਠੇ ਨੇ, ਜਗਤ ਦੀ ਰਚਨਾ ਝੂਠੀ ਆ, ਤੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀਆਂ ਗੱਲਾਂ ਨੇ ਫਿਰ ਉਹ ਵੀ ਝੂਠੀਆਂ ਨੇ। ਇਸ ਲਈ ਮਹਾਰਾਜ ਜੀ ਕਹਿੰਦੇ ਜਗਤ ਝੂਠ ਆ, ਮੈਂ ਝੂਠੇ ਦਾਅਵੇ। ਇਹ ਸ਼ਰੀਰਾਂ ਕਰਕੇ ਅਸੀਂ ਇੱਕ ਦੂਜੇ ਉੱਤੇ ਜਿਹੜੀਆਂ ਧਰਮਾਂ ਦੇ ਨਾਮ ਤੇ ਜੋ ਕਤਲੇਆਮ ਕਰ ਰਹੇ, ਝਗੜ ਰਹੇ ਆ, ਇਹ ਦਾਅਵੇ ਵੀ ਝੂਠੇ ਹਨ। ਦ੍ਰਿਸ਼ਟਮਾਨ ਸਭ ਹੀ ਬਿਨਸਾਵੇ। ਇਹ ਸਾਰਾ ਕੁਝ ਜੋ ਦ੍ਰਿਸ਼ਟਮਾਨ ਹੈ, ਜੋ ਦਿਖਾਈ ਦੇ ਰਿਹਾ ਹੈ, ਇਹ ਸਭ ਕੁਝ ਇੱਕ ਦਿਨ ਬਿਨਸ ਜਾਣਾ ਹੈ। ਆਸ ਵਿਚਾਰ ਮੰਨ ਲਓ ਔਰ ਕਰੀਏ। ਜਦੋਂ ਮਹਾਰਾਜ ਨੇ ਕਿਹਾ ਵੀ ਮੰਨ ਲਓ ਸ਼ੇਖ, ਇਸ ਤਰ੍ਹਾਂ ਦੀ ਵਿਚਾਰ ਆਪਣੇ ਮਨ ਵਿੱਚ ਕਰਕੇ ਵੇਖ, ਫਿਰ ਤੂੰ ਇਹ ਸਵਾਲ ਨਹੀਂ ਕਰੇਗਾ ਵੀ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਕੌਣ ਵੱਡਾ? ਤੂੰ ਇਹ ਸਵਾਲ ਫਿਰ ਨਹੀਂ ਕਰੇਗਾ। ਜੇ ਭਲਾ ਭਰਮ ਕੋ ਪਰ ਹਰੀਏ। ਜੇ ਤੂੰ ਆਪਣੀ ਜਿੰਦ ਦਾ ਭਲਾ ਚਾਹੁੰਦਾ ਤੇ ਇਹੋ ਜਿਹੇ ਭਰਮ ਆਪਣੇ ਮਨ ਵਿੱਚੋਂ ਕੱਢ ਦੇ। ਕੁਮਤ ਵਿਦਾਰਨ ਦਈ ਉਪਦੇਸ਼ਾ। ਇਹ ਕੁਮਤ, ਇਹ ਭੈੜੀ ਮਤ ਵਿੱਚੋਂ ਇਸ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ, ਇਹਨੂੰ ਖਤਮ ਕਰ, ਚੰਗੀ ਮਤ ਦਾ ਧਾਰਨੀ ਬਣ। ਕਿਰਪਾ ਦ੍ਰਿਸ਼ਟ ਦੇਖੀ ਜਗਤੇਸ਼ਾ। ਜਦੋਂ ਕਿਰਪਾ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ
ਆਪਣੀ ਮਿਹਰ ਭਰੀ ਨਜ਼ਰ ਨਾਲ ਮਾਲੋ ਸ਼ੇਖ ਵੱਲ ਵੇਖਿਆ ਹੈ। ਦੋਹਰਾ ਦੰਭ ਕਤਨ ਕੇ ਬਚਨ ਤੇ ਅਨੰਦ ਸਦਨ ਸੁਨ ਬੈਨ। ਕਹਿੰਦੇ ਨੇ ਉਸੇ ਵੇਲੇ ਇਹਨੂੰ ਸਮਝ ਆ ਗਈ, ਸੋਝੀ ਆ ਗਈ, ਆਪਾਂ ਗੁਰੂ ਘਰ ਆਏ ਆ, ਕਾਹਦੇ ਲਈ ਆਏ ਆ? ਇੱਥੇ ਭਾਵੇਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਜਾਣ, ਬੈਠ ਜਾਣ ਆ ਕੇ, ਤੇ ਆਪਾਂ ਸਾਰਿਆਂ ਨੇ ਕੀ ਕਹਿਣਾ ਹੈ? ਗੁਰਾ ਇੱਕ ਦੇਹ ਬੁਝਾਈ, ਸਾਨੂੰ ਇੱਕ ਦੀ ਗੱਲ ਸਮਝਾ ਦਿਓ, ਕਿਉਂਕਿ ਸਾਰਿਆਂ ਦਾ ਰੱਬ ਇੱਕੋ ਹੀ ਹੈ, ਸੁਆਮੀ ਇੱਕੋ ਹੀ ਹੈ, ਠਾਕੁਰ ਇੱਕੋ ਹੀ ਹੈ। ਇੱਕ ਸਮਝਾ ਦਿਓ ਤਾਂ ਕਿ ਅਸੀਂ ਆਪਸ ਵਿੱਚ ਲੜਨਾ ਮਰਨਾ ਛੱਡ ਕੇ ਅੱਜ ਤੇ ਜਗ੍ਹਾ ਦੇ ਨਾਮ ਤੇ ਲੜ ਰਹੇ ਹਾਂ। ਅਸੀਂ ਤੇ ਜ਼ਮੀਨਾਂ ਦੇ ਨਾਮ ਤੇ ਦਾਅਵੇ ਕਰਨ ਲੱਗੇ ਹੋਏ ਹਾਂ ਕਿ ਸਾਡੇ ਧਰਮ ਦੀ ਜ਼ਮੀਨ ਹੈ, ਸਾਡੇ ਦੀ ਹੈ। ਉਹਦੇ ਜ਼ਮੀਨ ਦੇ ਪਿੱਛੇ ਕਿੰਨੇ ਕਤਲ ਹੋ ਗਏ, ਕਿੰਨਾ ਖੂਨ ਡੁੱਲ ਗਿਆ, ਕਿੰਨਾ ਕਹਿਰ ਮਚ ਗਿਆ ਇੱਕ ਜ਼ਮੀਨ ਦੇ ਟੁਕੜੇ ਪਿੱਛੇ। ਪਰ ਪਰਤ ਕੇ ਕੀ ਹੋਇਆ? ਉਹ ਜ਼ਮੀਨ ਇੱਥੇ ਰਹਿ ਜਾਣੀ ਆ, ਆਪਣੇ ਆਪਣੇ ਦਾਅਵੇ ਕਰਨ ਵਾਲੇ ਸਰੀਰ ਛੱਡ ਕੇ ਤੁਰ ਜਾਣੇ ਆ। ਸਾਨੂੰ ਇਹ ਗੱਲ ਕਿਉਂ ਨਹੀਂ ਸਮਝ ਵਿੱਚ ਆ ਰਹੀ? ਸਾਹਿਬ ਜੀ ਨੇ ਸਮਝਾਇਆ। ਸਾਹਿਬ ਜੀ ਕਹਿੰਦੇ ਆ ਇਹ ਜਿਹੜਾ ਅਸੀਂ ਸ਼ਰੀਰਾਂ ਦੇ ਨਾਮ ਤੇ ਪਖੰਡ ਜਿਹੜਾ ਕਰਦੇ ਆ, ਇਹਨੂੰ ਛੱਡ ਕੇ ਤਾਂ ਹੀ ਆਨੰਦ ਵਿੱਚ ਰਹਿ ਸਕਦੇ ਹਾਂ। ਪਦ ਪੰਕਜ ਪਰ ਰਹੇ ਹੋ ਹਰਕਤ ਔਰ ਪੀਚੈਨ। ਜਦੋਂ ਕਹਿੰਦੇ ਇਹਨੂੰ ਸਮਝ ਆਈ, ਉਸੇ ਵੇਲੇ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਨਵਾ ਕੇ ਇਹਦੇ ਮਨ ਨੂੰ ਚੈਨ ਆ ਗਿਆ, ਜਿਹੜਾ ਨਫ਼ਰਤ ਨਾਲ ਭਰਿਆ ਆਇਆ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਗੁਰੂ ਦੀ ਸੰਗਤ ਮਿਲੀ, ਈਰਖਾ ਦੀ ਅਗਨੀ ਬੁਝ ਗਈ, ਅੰਦਰ ਮਨ ਸੜਦਾ ਬਲਦਾ ਸੀ, ਅੰਦਰ ਕਹਿੰਦੇ ਸ਼ੀਤਲਤਾ ਇਹਦੇ ਮਨ ਨੂੰ ਮਿਲੀ ਹੈ। ਜੋ ਪਈ ਹੋਏ ਦੀਨ ਮਨ ਬਿਨਾ ਬਖਾਨੀ। ਉਹਨੇ ਦੀਨ ਬਣ ਗਿਆ, ਦੀਨ ਹੋ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਦਾ ਹੈ। ਆਓ ਜਾਣੇ ਤੁਮ ਸ਼੍ਰੀ ਗੁਣ ਖਾਨੀ। ਅਬ ਜਾਣੇ ਤੁਹਾਡੇ ਲੋਕ ਗੁਣ ਕਿਉਂ ਗਾਉਂਦੇ ਪਏ ਆ ਸਾਰੇ? ਕਿਉਂ ਕਹਿੰਦੇ ਆ ਧੰਨ ਨਾਨਕ ਤੇਰੀ ਵੱਡੀ ਕਮਾਈ? ਜੇ ਗੁਰੂ ਨਾਨਕ ਸਾਹਿਬ ਗਏ ਕਾਂਸ਼ੀ ਤੇ ਹਰਿਦੁਆਰ ਤੇ ਮਹਾਰਾਜ ਉਹਨਾਂ ਨੂੰ ਲੜਾਉਣ ਥੋੜੀ ਗਏ ਸੀ, ਉਹਨਾਂ ਨੂੰ ਸਮਝਾਉਣ ਗਏ ਸੀ ਵੀ ਜੇ ਤੁਸੀਂ ਪਰਮਾਤਮਾ ਨੂੰ ਨਾਲ ਜੁੜਨਾ ਹੈ ਤੇ ਇਸ ਤਰੀਕੇ ਨਾਲ ਜੁੜੋ। ਜੇ ਮਹਾਰਾਜ ਜੀ ਮੱਕੇ ਕਾਬੇ ਗਏ ਤੇ ਕਿਤੇ ਲੜਨ ਵਾਸਤੇ ਥੋੜੀ ਗਏ ਉਹਨਾਂ ਨਾਲ, ਉਹਨਾਂ ਨੂੰ ਸਮਝਾਉਣ ਗਏ ਆ ਵੀ ਖੁਦਾ ਰੱਬ ਕਿਵੇਂ ਮਿਲਣਾ ਹੈ। ਜੇ ਗੁਰੂ ਸਾਹਿਬ ਮਹਾਰਾਜ ਜੀ ਗਏ ਨੇ ਬਗਦਾਦ ਮੁਲਤਾਨ ਗਏ ਨੇ ਤੇ ਗੁਰੂ ਸਾਹਿਬ ਉਹਨਾਂ ਨਾਲ ਲੜਨ ਝਗੜਨ ਵਾਸਤੇ ਨਹੀਂ ਗਏ। ਇਹ ਨਹੀਂ ਕਹਿਣ ਗਏ ਵੀ ਮੇਰੀ ਮੱਤ ਜਿਹੜੀ ਆ ਉਹ ਉੱਚੀ ਆ, ਨਹੀਂ, ਉਹਨਾਂ ਨੂੰ ਸਮਝਾਉਣ ਲਈ ਗਏ ਆ ਕਿ ਤੁਹਾਨੂੰ ਖੁਦਾ ਕਿਵੇਂ ਮਿਲਦਾ ਹੈ, ਰੱਬ ਕਿਵੇਂ ਮਿਲਣਾ ਹੈ। ਇਸ ਲਈ ਹੁਣੇ ਵੀ ਮੰਨ ਗਿਆ, ਕਹਿੰਦਾ ਮੈਂ ਸਮਝ ਗਿਆ ਕਿ ਲੋਕ ਕਿਉਂ ਕਹਿੰਦੇ ਆ ਧੰਨ ਨਾਨਕ ਤੇਰੀ ਵੱਡੀ ਕਮਾਈ, ਕਿਉਂਕਿ ਤੁਸੀਂ ਸਾਡੇ ਮਨਾਂ ਦੀ ਨਫ਼ਰਤ ਮਿਟਾ ਕੇ ਸਾਰਿਆਂ ਨੂੰ ਇੱਕ ਕਰ ਦੇਣ ਵਾਲੇ ਹੋ। ਭਇਓ ਮਰੀ ਦੰਗਰਾਵਰ ਕੇਰਾ। ਮੈਂ ਤੁਹਾਡਾ ਮੁਰੀਦ ਬਣ ਗਿਆ, ਮੈਂ ਤੁਹਾਡਾ ਸੇਵਕ ਬਣ ਗਿਆ। ਅਸਲ ਵਿੱਚ ਨਾ ਜੇ ਹਰ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝ ਲਵੇ ਨਾ ਤੇ ਆਪਾਂ ਸਾਰੇ ਹੀ ਗੁਰੂ ਸਾਹਿਬ ਦੇ ਦਰ ਦੇ ਮੁਰੀਦ ਬਣ ਜਾਾਂਗੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕੋਈ ਵਿਤਕਰਾ ਕਰਨਾ ਕਿਸੇ ਨਾਲ ਨਹੀਂ ਸਿਖਾਉਂਦੀ ਬਾਣੀ, ਕਿਸੇ ਨਾਲ ਨਫ਼ਰਤ ਕਰਨਾ ਨਹੀਂ ਬਾਣੀ ਸਿਖਾਉਂਦੀ। ਗੁਰਬਾਣੀ ਤਾਂ ਸਰਬੱਤ ਦਾ ਭਲਾ ਮੰਗਣਾ ਸਿਖਾਉਂਦੀ ਹੈ। ਹੁਣ ਜਦੋਂ ਆਪਾਂ ਕਹਾਂਗੇ ਜਗਤ ਜਲੰਦਾ ਰੱਖ ਲੈ, ਤੇ ਕੀ ਇਸ ਜਗਤ ਵਿੱਚ ਹਿੰਦੂ ਨਹੀਂ ਆਉਂਦਾ, ਮੁਸਲਮਾਨ ਨਹੀਂ ਆਉਂਦਾ, ਸਿੱਖ ਈਸਾਈ ਬੋਧੀ ਜੈਨੀ ਅਮੀਰ ਗਰੀਬ ਆ, ਸਾਰੇ ਨਹੀਂ ਆਉਂਦੇ? ਸਾਰੇ ਦੇ ਸਾਰੇ ਇਸ ਪਾਵਨ ਬਚਨ ਵਿੱਚ ਆ ਜਾਂਦੇ ਆ, ਕਿਉਂਕਿ ਇੱਥੇ ਸ਼ਰੀਰਾਂ ਕਰਕੇ ਧਰਮ ਵਰਣ ਨਹੀਂ ਵੇਖਿਆ ਜਾਂਦਾ। ਇੱਥੇ ਵੇਖਿਆ ਜਾਂਦਾ ਵੀ ਇਹ ਸਾਰੇ ਹੀ ਕੁਦਰਤ ਦੇ ਨੇ, ਇਹ ਸਾਰੇ ਹੀ ਰੱਬ ਦੇ ਬੰਦੇ ਨੇ। ਇਸ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਸਰਬੱਤ 'ਚ ਸਾਰੇ ਹੀ ਆ ਗਏ, ਸਾਰਿਆਂ ਦਾ ਹੀ ਭਲਾ ਜਿਹੜਾ ਉਹ ਅਸੀਂ ਨਿਤ ਮੰਗਦੇ ਆ। ਗੁਰੂ ਸਾਹਿਬ ਕਿਰਪਾ ਕਰਨ, ਕੁਝ ਸ਼ਰਾਰਤੀ ਅਨਸਰ ਸਾਨੂੰ ਧਰਮਾਂ ਦੇ ਨਾਮ ਤੇ ਹਮੇਸ਼ਾ ਲੜਾ ਕੇ ਰੱਖਣਾ ਚਾਹੁੰਦੇ ਆ। ਅਸੀਂ ਉਹਨਾਂ ਤੋਂ ਬਚ ਕੇ, ਅੱਜ ਤਾਂ ਐਸੀ ਖੇਡ ਵਰਤ ਗਈ ਆ ਕਿ ਭਰਾ ਦੇ ਹੱਥੋਂ ਭਰਾ ਹੀ ਲੜਾਇਆ ਜਾ ਰਿਹਾ ਹੈ। ਅੱਜ ਤੇ ਸਾਡੀ ਮੱਤ ਇੰਨੀ ਕਮਜ਼ੋਰ ਹੋ ਚੁੱਕੀ ਆ ਕਿ ਭਰਾ ਦੇ ਹੱਥੋਂ ਹੀ ਭਰਾ ਦੀਆਂ ਦਸਤਾਰਾਂ ਉਤਰਵਾਈਆਂ ਜਾ ਰਹੀਆਂ ਨੇ। ਸਾਡਾ ਹੀ ਰੂਪ ਬਣਾ ਕੇ, ਹੁਲੀਆ ਬਣਾ ਕੇ, ਭੇਖ ਬਣਾ ਕੇ ਸਾਡੇ ਵਿੱਚ ਹੀ ਆ ਕੇ ਰਲ ਕੇ ਸਾਨੂੰ ਹੀ ਆਪਸ ਵਿੱਚ ਲੜਾ ਕੇ ਆਪ ਨਿਕਲ ਜਾਂਦੇ ਆ। ਉਹ ਸਾਨੂੰ ਅੱਜ ਸਮਝਦਾਰ ਹੋਣਾ ਪੈਣਾ ਹੈ, ਸਾਨੂੰ ਆਪਣੇ ਆਪ ਵਿੱਚ ਸੁਚੇਤ ਹੋਣਾ ਪੈਣਾ ਹੈ ਕਿ ਇਹੋ ਜਿਹੇ ਲੋਕ ਜਿਹੜਾ ਸਾਡਾ ਹੀ ਪਹਿਰਾਵਾ ਬਣਾ ਕੇ ਆਉਂਦੇ ਆ, ਸਾਨੂੰ ਹੀ ਆਪਸ ਵਿੱਚ ਲੜਾ ਕੇ ਆਪ ਨਿਕਲ ਜਾਂਦੇ ਆ, ਉਹਨਾਂ ਤੋਂ ਕਿਵੇਂ ਬਚ ਕੇ ਰਹਿਣਾ। ਖੈਰ ਇੱਥੇ ਕਹਿੰਦੇ ਨੇ ਮਹਾਰਾਜ ਭਇਓ ਮੁਰੀਦ ਰਾਵਰ ਕੇਰਾ, ਮੈਂ ਤੁਹਾਡੀਆਂ ਇਹ ਗੱਲਾਂ ਸੁਣ ਕੇ ਤੁਹਾਡਾ ਮੁਰੀਦ ਬਣ ਗਿਆ ਹਾਂ। ਬਚਤ ਸੁਨਤ ਭਰਮ ਮਿਟੇ ਕੋ ਮੇਰਾ। ਤੁਹਾਡੇ ਬਚਨ ਸੁਣ ਕੇ ਮੇਰਾ ਭਰਮ ਮਿਟ ਗਿਆ। ਉਹ ਖੁਦਾਏ ਮੂਰਤ ਤਰ ਆਏ। ਮੈਨੂੰ ਹੁਣ ਖੁਦਾ ਦੀ ਸਮਝ ਆ ਗਈ ਤੇ ਮੈਨੂੰ ਤੇ ਇਦਾਂ ਲੱਗਣ ਲੱਗ ਗਿਆ ਜਿਵੇਂ ਉਹ ਖੁਦਾ ਨੇ ਤੁਹਾਡਾ ਹੀ ਰੂਪ ਧਾਰਿਆ ਹੈ। ਦਾਵੇ ਦਵੈਤ ਪਖੰਡ ਮਿਟਾਏ। ਤੁਸੀਂ ਦਵੈਤ ਭਾਵਨਾ ਮਿਟਾ ਕੇ ਇਸ ਪਖੰਡ ਨੂੰ ਅੰਦਰੋਂ ਨਾਸ਼ ਕੀਤਾ। ਆਓ ਤੁਮ ਪੀਰ ਭਇਓ ਮੇਰੇ। ਮੈਂ ਤੁਹਾਡਾ ਮੁਰੀਦ ਤੇ ਤੁਸੀਂ ਮੇਰੇ ਪੀਰਾਂ ਦੇ ਪੀਰ ਹੋ। ਉਪਜੇ ਸ਼ਾਂਤ ਦਰਸਕੋ ਹੀਰੇ। ਮੇਰਾ ਮਨ ਅੰਦਰ ਸ਼ਾਂਤ ਹੋ ਗਿਆ, ਮੇਰੇ ਮਨ ਵਿੱਚ ਜਿਹੜੀ ਈਰਖਾ ਦੀ ਅਗਨੀ ਬਲਦੀ ਸੀ ਉਹ ਤੁਹਾਡੇ ਬਚਨਾਂ ਨੇ ਸ਼ਾਂਤ ਕਰ ਦਿੱਤੀ। ਮੋਰ ਔਰ ਨਵ ਰੱਬ ਪੂਰਤ ਮਾਰਾ। ਇਸ ਲਈ ਮੇਰੇ ਹਿਰਦੇ ਵਿੱਚ ਤੁਹਾਡੇ ਬਚਨਾਂ ਦਾ ਪ੍ਰਕਾਸ਼ ਹੋ ਗਿਆ। ਬਚਨ ਕਿਰਨ ਜੁਤ ਕਰੋ ਬਸਾਰਾ। ਜਿਹੜੇ ਸੂਰਜ ਨਿਕਲਦਾ ਹੈ ਉਹਦੀ ਕਿਰਨਾਂ ਚਾਰੇ ਪਾਸੇ ਪ੍ਰਕਾਸ਼ ਕਰਦੀਆਂ। ਤੁਹਾਡਾ ਮਹਾਰਾਜ ਜੀ ਰੂਪ ਉਸ ਸੂਰਜ ਵੱਤ ਔਰ ਤੁਹਾਡੇ ਬੋਲ ਕਿਰਨਾਂ ਦੀ ਤਰ੍ਹਾਂ ਜਿਹੜੇ ਸਾਡੇ ਅੰਦਰ ਚਾਨਣ ਕਰਦੀਆਂ ਹਨ। ਦਿਵੈ ਸਦੀਪ ਮੋਹਤਮ ਨਾਸ਼ੋ। ਸਤਿਗੁਰੂ ਮਹਾਰਾਜ ਜੀਓ ਤੁਹਾਡੇ ਬਚਨ ਸੁਣ ਕੇ ਮੇਰੇ ਅੰਦਰੋਂ ਦਵੈਤ ਭਾਵਨਾ ਵੀ ਨਾਸ਼ ਔਰ ਮੋਹ ਤਮ, ਜਿਹੜਾ ਮੋਹ ਸੀ ਨਾ, ਤਮ ਕਹਿੰਦੇ ਹਨੇਰਾ, ਜਿਹੜਾ ਮੋਹ ਦਾ ਹਨੇਰਾ ਸੀ ਉਹ ਤੁਹਾਡੇ ਬਚਨਾਂ ਦੀਆਂ ਕਿਰਨਾਂ ਜਦੋਂ ਮੇਰੇ ਤੇ ਮਨ ਤੇ ਪਈਆਂ ਤੇ ਉਹ ਜਿਹੜਾ ਮੋਹ ਦਾ ਹਨੇਰਾ ਸੀ ਨਾਸ਼ ਹੋ ਗਿਆ। ਕਲਮਲ ਉਡਕੋ ਮਿਟੈ ਪ੍ਰਕਾਸ਼ੋ। ਜਿਸ ਤਰ੍ਹਾਂ ਰਾਤ ਦਾ ਹਨੇਰਾ ਦੂਰ ਹੁੰਦਿਆਂ ਸਾਰ ਤਾਰੇ ਅਲੋਪ ਹੋ ਜਾਂਦੇ ਨੇ, ਇਸੇ ਤਰ੍ਹਾਂ ਮਹਾਰਾਜ ਜੀ ਤੁਸੀਂ ਮੇਰੇ ਅੰਦਰ ਦਾ ਇਹ ਜਿਹੜਾ ਹਨੇਰਾ ਦੂਰ ਕੀਤਾ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ। ਉਹ ਜਿਹੜੇ ਕਰਮ ਕਾਂਡ ਵਹਿਮ ਭਰਮ ਜਿਹੜੇ ਪਖੰਡ ਦੇ ਤਾਰੇ ਸੀ ਅਲੋਪ ਹੋ ਗਏ ਜਦੋਂ ਤੁਹਾਡੇ ਗਿਆਨ ਦਾ ਸੂਰਜ ਚੜ੍ਹ ਪਿਆ। ਪ੍ਰਸੰਨ ਕਹੋ ਇੱਕ ਔਰ ਮੁਝੋ ਜੋ ਖੁਦਾਏ ਦਰਗਾ। ਇਸ ਲਈ ਸਤਿਗੁਰੂ ਮਹਾਰਾਜ ਜੀ ਮੇਰਾ ਹਿਰਦਾ ਖੁਸ਼ੀ ਨਾਲ ਭਰ ਗਿਆ ਹੈ ਤੁਹਾਡੇ ਇਹ ਬੋਲ ਸੁਣ ਕੇ ਕਿ ਰੱਬੀ ਜੋਤ ਨਾਲ ਅਸੀਂ ਜੁੜਨਾ ਹੈ। ਜੇ ਸ਼ਰੀਰਾਂ ਨਾਲ ਜੁੜਾਂਗੇ ਤੇ ਨਫ਼ਰਤ ਈਰਖਾ ਹੰਕਾਰ ਨਾਲ ਭਰੇ ਰਵਾਂਗੇ, ਇੱਕ ਦੂਸਰੇ ਦਾ ਕਤਲ ਕਰਦੇ ਰਹਾਂਗੇ, ਫਿਰ ਆਪਸ ਵਿੱਚ ਲੜਦੇ ਉਲਝਦੇ ਰਹਾਂਗੇ। ਤੇ ਜੇ ਅਸੀਂ ਸ਼ਰੀਰਾਂ ਚੋਂ ਨਿਕਲ ਕੇ ਰੱਬੀ ਜੋਤ ਨਾਲ ਜੁੜਾਂਗੇ ਫਿਰ ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ, ਕੋਈ ਵੈਰ ਵਿਰੋਧ ਨਹੀਂ, ਕਿਸੇ ਨਾਲ ਨਫ਼ਰਤ ਈਰਖਾ ਨਹੀਂ। ਕਿਉਂਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਿਤੇ ਆ ਗੱਲਾਂ ਸਮਝ ਵਿੱਚ ਆ ਜਾਣ। ਅਸੀਂ ਬੜਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਹੈ ਜਦੋਂ ਮੁਲਕ ਆਪਸ ਦੇ ਵਿੱਚ ਵੰਡੇ ਜਾਂਦੇ ਆ, ਇਧਰੋਂ ਵੀ ਲਾਸ਼ਾਂ ਦੇ ਢੇਰ ਭਰ ਕੇ ਜਾਂਦੇ ਆ, ਉਧਰੋਂ ਵੀ ਲਾਸ਼ਾਂ ਦੇ ਢੇਰ ਭਰ ਕੇ ਆਉਂਦੇ ਆ, ਔਰ ਧਰਮਾਂ ਦੇ ਨਾਮ ਤੇ ਧਰਮ ਅਸਥਾਨਾਂ ਨੂੰ ਅਗਨ ਭੇਟ ਕੀਤਾ ਜਾਂਦਾ ਹੈ। ਇਹ ਗੁਰੂ ਸਾਹਿਬ ਕਿਰਪਾ ਕਰਨ ਸਭਨਾਂ ਦੇ ਮਨਾਂ ਵਿੱਚ ਇਹ ਗਿਆਨ ਆ ਜਾਏ, ਸੋਝੀ ਆ ਜਾਏ। ਅਸੀਂ ਧਰਮਾਂ ਦੇ ਨਾਮ ਤੇ ਲੜਨਾ, ਕਤਲੇਆਮ ਕਰਨਾ ਇਹ ਛੱਡ ਕੇ ਸਾਰੇ ਹੀ ਏਕ ਪਿਤਾ ਇੱਕ ਸਿਕੇ ਹਮ ਬਾਰਕ ਬਣ ਕੇ ਜੀਵੀਏ, ਤਾਂ ਕਿ ਸਾਡਾ ਇਹ ਜਨਮ ਮਿਲਿਆ ਮਨੁੱਖਾ ਜਨਮ ਸਾਡਾ ਸਫਲ ਹੋ ਸਕੇ। ਅਰਦਾਸ ਕਰੋ ਕਿ ਸਾਡੇ ਅੰਦਰ ਉਹ ਭਗਤੀ ਦਾ ਜਾਗ ਲੱਗ ਜਾਏ ਜਿਹੜੇ ਭਗਤੀ ਦੇ ਜਾਗ ਵਿੱਚ ਅਸੀਂ ਸ਼ਰੀਰਾਂ ਨਾਲ ਨਹੀਂ ਰੱਬੀ ਜੋਤ ਨਾਲ ਜੁੜ ਕੇ ਜੀਵਨ ਲਿਖੇ ਲਾ ਸਕੀਏ। ਆਪਣੀ ਭਗਤੀ ਲਾਏ
ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ ਭਰਿਆ ਤਉ ਸ਼ਰਨਾਏ ਭਰਿਆ ਤਉ ਸ਼ਰਨਾਏ ਭਰਿਆ ਤੋ ਸ਼ਰਨਾਏ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ 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 ਗੁਰੂ ਪਾਤਸ਼ਾਹ ਕਿਰਪਾ ਕਰਨ ਅੱਜ ਦੀ ਵਿਚਾਰ ਸਾਡੇ ਸਭਨਾਂ ਦੇ ਹਿਰਦੇ ਮਨਾਂ ਵਿੱਚ ਵਸ ਜਾਏ ਤਾਂ ਕਿ ਬਾਣੀ ਬਾਣੀ ਦੇ ਧਾਰਨੀ ਬਣ ਕੇ ਲੋਕ ਸੁਖੀਏ ਪਰਲੋਕ ਸੋਹਿਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਪਾਤਸ਼ਾਹ ਬਖਸ਼ ਦੇਣ ਮਿਹਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।